ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਅਨਿਲ ਭਾਰਦਵਾਜ ਹਾਜ਼ਰ ਹਾਂ ਅੱਜ ਦੀ ਪੰਜਾਬ ਦੇ ਵਿੱਚ। ਅੱਜ ਦੀ ਡਿਬੇਟ 'ਚ ਸਾਡੇ ਨਾਲ ਜੁੜਨਗੇ ਕਾਂਗਰਸ ਤੋਂ ਨਰਿੰਦਰ ਸੰਧੂ ਜੀ, ਆਮ ਆਦਮੀ ਪਾਰਟੀ ਤੋਂ ਦੇਵਮਾਨ ਜੀ, ਅਕਾਲੀ ਦਲ ਤੋਂ ਅਰਸ਼ਦੀਪ ਕਲੇਰ ਜੀ ਔਰ ਬੀਜੇਪੀ ਤੋਂ ਚੇਤਨ ਜੋਸ਼ੀ ਜੀ। ਮੁੱਦਾ ਕਾਂਗਰਸ 'ਚ ਘਮਸਾਣ ਜਾਰੀ। ਕਾਂਗਰਸ 'ਚ ਘਮਸਾਣ ਸਿਰਫ ਪੀਪੀਸੀਸੀ ਪ੍ਰੈਜ਼ੀਡੈਂਟ ਨਵਜੋਤ ਸਿੰਘ ਦੇ ਅਸਤੀਫੇ ਨਾਲ ਹੀ ਨਹੀਂ, ਬਲਕਿ ਅੱਜ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ, ਜਿਨ੍ਹਾਂ ਨੇ ਐਲਾਨ ਕਰਤਾ ਕਿ ਉਹ ਬੀਜੇਪੀ 'ਚ ਤਾਂ ਨਹੀਂ ਜਾ ਰਹੇ ਪਰ ਕਾਂਗਰਸ 'ਚ ਵੀ ਨਹੀਂ ਰਹਿਣਗੇ। ਕਾਫੀ ਵੱਡਾ ਬਿਆਨ ਹੈ। ਇਸ ਦੇ ਨਾਲ ਹੀ ਨਵਜੋਤ ਸਿੱਧੂ ਹੋਰਾਂ ਦੀ ਮੀਟਿੰਗ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਹੋਰਾਂ ਨਾਲ ਚੱਲ ਰਹੀ ਸੀ। ਪੰਜਾਬ ਭਵਨ 'ਚ ਹੁਣੇ ਜਾਣਕਾਰੀ ਆਈ ਹੈ ਕਿ ਉਹ ਮੀਟਿੰਗ ਖਤਮ ਹੋ ਗਈ ਹੈ। ਉਮੀਦ ਕਰਦੇ ਹਾਂ ਕਿ ਜੋ ਇਸ਼ੂਜ਼ ਚੱਲ ਰਹੇ ਸੀ ਉਹ ਰਿਜ਼ੋਲਵ ਹੋ ਗਏ ਹੋਣਗੇ। ਥੋੜੀ ਦੇਰ 'ਚ ਹੋ ਸਕਦਾ ਜੁਆਇੰਟ ਪ੍ਰੈਸ ਕਾਨਫਰੰਸ ਵੀ ਹੋਵੇ। ਬਟ ਇਸ਼ੂ ਨੇ ਕਿ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਅਸਤੀਫਾ ਦਿੱਤਾ, ਡੀਜੀਪੀ ਦੀ ਨਿਯੁਕਤੀ, ਏਜੀ ਦੀ ਨਿਯੁਕਤੀ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੁਝ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਪੋਸਟ ਦਿੱਤੀਆਂ ਗਈਆਂ, ਉਹ ਤੇ ਉਹਨਾਂ ਨੇ ਇਤਰਾਜ਼ ਜ਼ਾਹਰ ਕੀਤਾ। ਉਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਆਇਆ, ਫਿਰ ਮੰਨਣ ਦੀਆਂ ਕੋਸ਼ਿਸ਼ਾਂ ਚੱਲੀਆਂ। ਅੱਜ ਫਿਰ ਤੋਂ ਜਿਹੜਾ ਹੈ ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਅੱਜ ਮੈਂ 3 ਵਜੇ ਸੀਐਮ ਚੰਨੀ ਹੋਰਾਂ ਨਾਲ ਮੀਟਿੰਗ ਕਰੂੰਗਾ। ਪੰਜਾਬ ਭਵਨ ਜਾ ਰਿਹਾ। ਪੰਜਾਬ ਭਵਨੋਂ ਪਹੁੰਚੇ ਚੰਡੀਗੜ੍ਹ। ਉਸ ਤੋਂ ਬਾਅਦ ਸੀਐਮ ਕਰੀਬ 3:45 ਵਜੇ ਪਹੁੰਚੇ। 2.25 ਘੰਟੇ ਮੀਟਿੰਗ ਚੱਲੀ ਹੈ। ਉਸ ਤੋਂ ਬਾਅਦ ਉਹਦਾ ਨਤੀਜਾ ਕੀ ਹੁੰਦਾ ਉਹ ਸਾਹਮਣੇ ਹੋਏਗਾ। ਬਟ ਜੋ ਘਟਨਾਕ੍ਰਮ ਚੱਲਿਆ, ਸੁਨੀਲ ਜਾਖੜ ਉਹਨਾਂ ਦਾ ਇੱਕ ਟਵੀਟ ਆਇਆ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੋ ਡੀਜੀਪੀ ਜਾਂ ਏਜੀ ਦੀ ਨਿਯੁਕਤੀਆਂ ਤੇ ਸਵਾਲ ਚੱਕੇ ਜਾ ਰਹੇ ਹੈ, ਉਹ ਸਵਾਲ ਚੱਕਣਾ ਵਾਜਬ ਨਹੀਂ ਹੈ। ਸੀਐਮ ਦੀ ਜਿਹੜੀ ਅਥਾਰਟੀ ਹੈ ਉਹਨੂੰ ਚੈਲੰਜ ਕਰਨ ਵਾਲੀ ਗੱਲ ਹੈ। ਇਹ ਜਿਹੜਾ ਹੈ ਹਿਸਾਬ ਕਿਤਾਬ ਇਹ ਸਾਰਾ ਖਤਮ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਰਕਾਰੀ ਪੱਖ ਤੋਂ ਹੋਰ ਵੀ ਕੋਸ਼ਿਸ਼ਾਂ ਜਾਰੀ ਰਹੀਆਂ। ਔਰ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਿੱਧੂ ਹੋਰਾਂ ਦਾ ਫਿਰ ਟਵੀਟ ਆ ਗਿਆ। ਉਹਨਾਂ ਨੇ ਡੀਜੀਪੀ ਦੀ ਨਿਯੁਕਤੀ ਨੂੰ ਫਿਰ ਉਸ ਤੇ ਸਵਾਲ ਚੱਕਦੇ ਹੋਏ ਟਵੀਟ ਕੀਤਾ। ਸਾਰਾ ਕੁਝ ਹੁਣ ਦੇਖਣਾ ਇਹ ਹੋਏਗਾ ਕਿ ਇਹ ਜੋ ਕੁਝ ਜਿਹੜੀਆਂ ਗੱਲਾਂ ਬਾਤਾਂ ਤੇ ਸਾਰਾ ਇਹ ਚੱਲ ਰਿਹਾ ਸੀ ਉਹ ਕਿਸੇ ਹੱਲ ਵੱਲ ਪਹੁੰਚਿਆ ਜਾਂ ਨਹੀਂ ਪਹੁੰਚਿਆ, ਕਿਉਂਕਿ ਮਸਲਾ ਫਿਰ ਉੱਥੇ ਹੀ ਆ ਗਿਆ ਜੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਟਾਈਮ ਸੀਗਾ, ਆਰਗੇਨਾਈਜੇਸ਼ਨ ਵਰਸਸ ਗਵਰਨਮੈਂਟ। ਤਾਲਮੇਲ ਬੈਠ ਗਿਆ ਕਿਉਂਕਿ ਹਰੀਸ਼ ਚੌਧਰੀ ਵੀ ਮੀਟਿੰਗ ਦੇ ਵਿੱਚ ਮੌਜੂਦ ਰਹੇ। ਇਹ ਦੇਖਣ ਵਾਲੀ ਗੱਲ ਹੋਏਗੀ। ਇਸ ਦੇ ਨਾਲ ਹੀ ਜਿਹੜਾ ਵਿਰੋਧੀਆਂ ਨੂੰ ਤਾਂ ਮੌਕਾ ਮਿਲਿਆ ਹੀ ਹੋਇਆ। ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਅਕਾਲੀ ਦਲ ਪ੍ਰਧਾਨ ਨੇ, ਅੱਜ ਜਿਹੜਾ ਹੈ ਜਦੋਂ ਪ੍ਰੈਸ ਕਾਨਫਰੰਸ ਉਹਨਾਂ ਦੀ ਸੀ ਉਹਦੇ 'ਚ ਉਹਨਾਂ ਨੇ ਕਿਹਾ, ਜਦੋਂ ਸਵਾਲ ਇਸ ਤੇ ਚੱਕਿਆ ਗਿਆ ਤਾਂ ਉਹਨਾਂ ਕਿਹਾ ਕਿ ਕਾਂਗਰਸ 'ਚ ਤਾਂ ਕੁਰਸੀ ਦੀ ਲੜਾਈ ਹੈ। ਸੋ ਇਸ ਵਿਸ਼ੇ ਤੇ ਇਸ ਵੇਲੇ ਬਹੁਤ ਮਾਹੌਲ ਗਰਮ ਹੈ ਕਾਂਗਰਸ ਦੇ ਵਿੱਚ। ਕੀ ਚੱਲ ਰਿਹਾ, ਕੈਪਟਨ ਸਾਹਿਬ ਦਾ ਅਲੱਗ ਬਿਆਨ ਆ ਗਿਆ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸੀਨੀਅਰ ਲੀਡਰਸ਼ਿਪ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ। ਉਹਨਾਂ ਨੇ ਹਿਊਮਿਲੇਟ ਮਹਿਸੂਸ ਕੀਤਾ ਤਾਂ ਉਹ ਕਾਂਗਰਸ ਛੱਡ ਰਹੇ ਨੇ। ਕਾਂਗਰਸ 'ਚ ਮੈਂ ਨਹੀਂ ਰਹੂੰਗਾ ਬਟ ਬੀਜੇਪੀ 'ਚ ਨਹੀਂ ਜਾਊਂਗਾ। ਅਗਲੇ ਆਪਸ਼ਨ ਮੇਰੇ ਖੁੱਲੇ ਆ, ਇਹ ਵੀ ਉਹਨਾਂ ਨੇ ਅੱਜ ਜਿਹੜਾ ਹੈ ਫਿਰ ਰਿਪੀਟ ਕਰ। ਇਸੇ ਤੇ ਚਰਚਾ ਦੇ ਲਈ ਸਭ ਤੋਂ ਪਹਿਲਾਂ ਸੰਧੂ ਸਾਹਿਬ, ਨਰਿੰਦਰ ਸੰਧੂ ਜੀ, ਤੁਹਾਡਾ। ਅਨਿਲ ਜੀ ਠੀਕ ਹੈ, ਮੈਂ ਤੁਹਾਡੀ ਗੱਲ ਨਾਲ ਐਗਰੀ ਹਾਂ। ਥੋੜਾ ਬਹੁਤ ਕਿਤੇ ਸਾਡੀ ਪਾਰਟੀ ਦੇ ਵਿੱਚ ਘਮਾਸਾਨ ਸੀ। ਦੇਖੋ ਗੱਲ ਇਹ ਆ ਵੀ ਸੰਗਠਨ ਤੇ ਸਰਕਾਰ ਜਿਹੜੇ ਆ, ਉਹ ਸੰਗਠਨ ਤੇ ਸਰਕਾਰ ਜਿਹੜੇ ਉਹ ਦੋ ਪਹਿਲੂ ਹੁੰਦੇ ਆ ਇੱਕ ਸਿੱਕੇ ਦੇ, ਜਾਂ ਤੁਸੀਂ ਲਾ ਲਓ ਦੋ ਟਾਇਰ ਨੇ ਗੱਡੀ ਦੇ। ਜਦੋਂ ਤੱਕ ਉਹ ਪ੍ਰੋਪਰ ਬੈਲੈਂਸ ਨਹੀਂ ਬਣੇਗਾ ਸੰਗਠਨ ਔਰ ਸਰਕਾਰ ਦੇ ਵਿੱਚ, ਉਦੋਂ ਤੱਕ ਉਹ ਪ੍ਰਦੇਸ਼ ਦੀ ਰਾਜਨੀਤੀ ਨਹੀਂ ਚੱਲ ਸਕਦੀ, ਚਾਹੇ ਉਹ ਪੰਜਾਬ ਹੈ, ਚਾਹੇ ਉਹ ਹੋਰ ਕੋਈ ਸਟੇਟ ਹੈ, ਚਾਹੇ ਇੰਡੀਆ। ਸੰਗਠਨ ਦੇ ਵਿੱਚ ਦੇਖੋ ਨਵਜੋਤ ਸਿੰਘ ਸਿੱਧੂ ਐਜ਼ ਏ ਪੀਪੀਸੀਸੀ ਪ੍ਰੈਜ਼ੀਡੈਂਟ ਕੰਮ ਕਰ ਰਹੇ ਨੇ, ਤੇ ਸਰਕਾਰ ਦੇ ਵਿੱਚ ਅੱਜ ਦੀ ਜਿਹੜੀ ਹੈਗੀ ਡੇਟ ਇਹਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਕੰਮ ਕਰ ਰਹੇ ਨੇ। ਦੋਨੇ ਹੀ ਨਵੇਂ ਬਣੇ ਨੇ, ਤੁਹਾਨੂੰ ਪਤਾ, ਕਿਉਂਕਿ ਪਹਿਲਾਂ ਮੁੱਖ ਮੰਤਰੀ ਵੀ ਪੁਰਾਣਾ ਸੀ ਸਾਡਾ, ਤੇ ਜਿਹੜੇ ਪੀਪੀਸੀ ਪ੍ਰੈਜ਼ੀਡੈਂਟ ਸੀ ਉਹ ਵੀ ਪੁਰਾਣੇ ਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਤਾਲਮੇਲ ਹਾਲੀ ਥੋੜਾ ਨਹੀਂ ਠੀਕ ਬੈਠਿਆ। ਦੇਖੋ ਕਈ ਵਾਰੀ ਨਹੀਂ ਤਾਲਮੇਲ ਬੈਠਦਾ ਤੇ ਚਲੋ ਮੀਟਿੰਗਾਂ ਹੋ ਰਹੀਆਂ ਨੇ, ਹੋਪ ਫॉर द ਬੈਸਟ। ਮੈਂ ਚਾਹੁੰਦਾ ਹੋਰ ਭਾਵੇਂ 2-4 ਘੰਟੇ ਲੈ ਲੈਣ, ਪਰ ਮੀਟਿੰਗ ਲੱਗਦਾ ਖਤਮ ਹੋ ਗਈ ਹੈ, ਕੋਈ ਨਾ ਕੋਈ ਫੈਸਲਾ ਨਿਕਲ ਕੇ ਆਏਗਾ। ਦੇਖੋ ਪੰਜਾਬ ਦੀ ਬਿਹਤਰੀ ਵਾਸਤੇ ਚੰਗੀ ਟੀਮ ਅੱਗੇ ਆਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਫਿਰ ਨਵਜੋਤ ਸਿੱਧੂ ਨੇ ਕਿਹਾ ਵੀ ਉਹੀ ਜੇ ਕੋਈ ਪੁਰਾਣੇ ਚਿਹਰੇ ਤੁਸੀਂ ਲੈ ਰਹੇ ਹੋ ਜਾਂ ਕੁਝ ਲੈ ਰਹੇ ਹੋ, ਤਾਂ ਉਹਨਾਂ ਨੇ ਠੀਕ ਕਿਹਾ, ਹੁਣੇ ਹੀ ਇਹਨੂੰ ਠੀਕ ਕਰ ਲੈਣਾ ਚੰਗਾ, ਕਿਉਂਕਿ ਬਾਅਦ ਦੇ ਵਿੱਚ ਜਾ ਕੇ ਫਿਰ ਗੜਬੜੇਗੀ। ਚੰਗੀ ਟੀਮ ਮੈਂ ਕਹਿ ਰਿਹਾ, ਕੋਈ ਆਵੇ ਨਹੀਂ ABCD ਆਵੇ, ਮੈਂ ਕਿਸੇ ਦੇ ਨਾਮ ਤੇ ਨਹੀਂ ਕੋਈ ਚਰਚਾ ਕਰ ਰਿਹਾ। ਚੰਗੀ ਟੀਮ ਆਵੇ ਜਿਹੜਾ ਇਸ ਮੇਰੇ ਪੰਜਾਬ ਨੂੰ ਹਰਿਆ ਭਰਿਆ ਉਹੀ ਦੁਬਾਰਾ ਖੁਸ਼ਹਾਲ ਪੰਜਾਬ ਮੈਂ ਵੇਖਣਾ ਚਾਹੁੰਦਾ। ਸਾਰਿਆਂ ਦੀ ਵੀ ਉਹੀ ਰਾਏ ਆ। ਇਸ ਕਰਕੇ ਜਿਹੜੀ ਮੀਟਿੰਗ ਆ ਇਹ ਚੱਲ ਰਹੀ ਆ। ਕੁਛ ਨਾ ਕੁਛ ਕਿਤੇ ਠੀਕ ਆ, ਕੋਈ ਮਾਨ ਮਨੱਵਲ ਹੁੰਦਾ, ਕਿਤੇ ਕੋਈ ਨਹੀਂ ਮੰਨਦਾ, ਕੋਈ ਮੰਨ ਜਾਂਦਾ। ਪਾਰਟੀ ਐਵੇਂ ਚੱਲਦੀ ਰਹਿੰਦੀ ਆ, ਕੋਈ ਨਾ ਕੋਈ ਮੰਨ ਜਾਏਗਾ। ਸਭ ਕੁਝ ਹੌਲੀ ਹੌਲੀ ਤੁਸੀਂ ਇਦਾਂ ਵੇਖਿਓ, ਹੁਣ ਮੀਟਿੰਗ ਖਤਮ ਹੋ ਗਈ ਆ ਤੇ ਮੈਨੂੰ ਲੱਗਦਾ ਹੋਰ ਅੱਧੇ ਘੰਟੇ 'ਚ ਪ੍ਰੈਸ ਕਾਨਫਰੰਸ ਹੋ ਕੇ ਸਾਰਾ ਕੁਝ ਬਿਲਕੁਲ ਠੀਕ ਹੋ ਜਾਏਗਾ। ਜਿੱਥੋਂ ਰਹੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਗੱਲ,
ਉਹਨਾਂ ਨੇ ਇਹ ਕਲੀਅਰ ਕੀਤਾ ਮੈਂ ਬੀਜੇਪੀ ਦੇ ਵਿੱਚ ਨਹੀਂ ਜਾਵਾਂਗਾ। ਦੇਖੋ ਕਿਸੇ ਨੂੰ ਕਿਸੇ ਪਾਰਟੀ ਜਾਣ ਦਾ ਹੱਕ ਆ, ਵੱਡੇ ਆਦਮ ਦਾ ਲੀਡਰ ਨੇ, ਆਪਾਂ ਰੋਕ ਨਹੀਂ ਕਿਸੇ ਨੂੰ ਸਕਦੇ। ਵਿਅਕਤੀਗਤ ਰਾਏ ਕਿਸੇ ਦੀ ਕੁਝ ਵੀ ਹੋ ਸਕਦੀ ਆ, ਅਗਲਾ ਉਹਨਾਂ ਦਾ ਮੂਵ ਕੀ ਹੋਏਗਾ ਇਹ ਉਹੀ ਦੱਸ ਸਕਦੇ ਨੇ, ਅਸੀਂ ਦੱਸ ਨਹੀਂ ਸਕਦੇ। ਸਾਡੇ ਸਤਿਕਾਰਯੋਗ ਅੱਜ ਵੀ ਉਹ ਕਾਂਗਰਸ ਦੇ ਐਮਐਲਏ ਨੇ, ਸਾਡੇ ਮੁੱਖ ਮੰਤਰੀ ਨੇ, ਐਕਸ ਮੁੱਖ ਮੰਤਰੀ ਨੇ, ਉਹਨਾਂ ਦੇ ਮਨ 'ਚ ਕੀ ਚੱਲ ਰਿਹਾ ਮੈਂ ਇਹਦੇ ਬਾਰੇ ਕੀ ਟਿੱਪਣੀ ਕਰ ਸਕਦਾ? ਮੇਰੇ ਹਿਸਾਬ ਨਾਲ ਮੈਨੂੰ ਇਸ ਲਈ ਉਹਨਾਂ ਦੇ ਬਾਰੇ ਕੋਈ ਟਿੱਪਣੀ ਨਹੀਂ ਕਰ ਦਿੱਤੀ ਜਦੋਂ ਤੱਕ ਉਹ ਕੋਈ ਆਪਣਾ ਨਵਾਂ ਸਟੈਪ ਨਹੀਂ ਲੈ ਲੈਂਦੇ। ठीक संधू साहब गल आ गई। अर्शदीप जी, अर्शदीप कलेर जी, हो जाएगा जी ठीक ठाक सब कुछ कांग्रेस लगता है? कलेर साहब। मैं अनिल जी एक चीज कहना चाहना है कि ਕਾਂਗਰਸ ਦੇ ਵਿੱਚ ਕੁਰਸੀ ਦੀ ਲੜਾਈ ਹੈ, ਜਾਂਦੀ ਵਾਰ ਦਾ ਮੇਵਾ ਖਾਣ ਨੂੰ ਦੌੜ ਲੱਗੀ ਹੋਈ ਹੈ। ਸਭ ਨੂੰ ਪਤਾ ਹੈ ਕਿ ਜੋ ਵਾਅਦੇ ਕੀਤੇ ਸੀ ਗੁਟਕਾ ਸਾਹਿਬ ਚੱਕ ਕੇ, ਫਿਰ ਚਾਹੇ ਉਹ 90,000 ਕਰੋੜ ਦਾ ਕਿਸਾਨੀ ਕਰਜ਼ਾ ਹੋਵੇ, ਘਰ ਘਰ ਨੌਕਰੀ ਹੋਵੇ, ਨਸ਼ਾ ਮੁਕਤ ਪੰਜਾਬ ਦੀ ਗੱਲ ਹੋਵੇ, ਜਾਂ ਸਾਡੀ ਰੂਹ ਦੀ ਮੰਗ ਬੇਅਦਬੀਆਂ ਦਾ ਇਨਸਾਫ, ਇਹ ਨਹੀਂ ਕਰ ਸਕੀ ਕਾਂਗਰਸ। ਸੋ ਕਾਂਗਰਸ ਕੋਲੇ ਆਹੀ 3 ਮਹੀਨੇ ਨੇ। ਸੋ 3 ਮਹੀਨੇ ਚ ਹਰ ਬੰਦੇ ਨੂੰ ਇਹ ਹੈਗਾ ਕਿ ਮੇਰੇ ਝੰਡੀ ਲੱਗ ਜੇ। ਉਸੇ ਦੇ ਚੱਕਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਬੇਇੱਜ਼ਤ ਕਰਕੇ ਕੱਢਿਆ ਗਿਆ, ਕਾਂਗਰਸ ਨੇ ਇਹ ਚੀਜ਼ ਮੰਨੀ ਕਿ ਅਸੀਂ 4.5 ਸਾਲ ਕੋਈ ਕੰਮ ਨਹੀਂ ਕੀਤਾ, ਇਸੇ ਲਈ ਮੁੱਖ ਮੰਤਰੀ ਸਾਹਿਬ ਨੂੰ ਬਾਹਰ ਦਾ ਰਸਤਾ ਦਿਖਾਇਆ। ਸਿੱਧੂ ਸਾਹਿਬ ਇਹ ਸਾਰੀ ਚੀਜ਼ ਦੇ ਵਿੱਚ ਮੋਢੀ ਸੀ ਅਮਰਿੰਦਰ ਸਿੰਘ ਨੂੰ ਸਿੱਟਣ ਦੇ, ਪਰ ਜਦੋਂ ਸੀਐਮ ਦਾ ਗੁਣਾ ਪੈਣਾ ਸੀ ਤਾਂ ਉਹ ਚੰਨੀ ਜੀ ਦੇ ਸਿਰ ਪੈ ਗਿਆ ਤੇ ਨਵਜੋਤ ਸਿੱਧੂ ਨੂੰ ਲੱਗਿਆ ਕਿ ਕਾਂਗਰਸ ਦੇ ਵਿੱਚ ਮੇਰਾ ਪੋਲੀਟੀਕਲ ਕੈਰੀਅਰ ਖਤਮ ਹੋ ਗਿਆ, ਤਾਂ ਉਹਨਾਂ ਨੇ ਨਵੇਂ ਡਰਾਮੇ ਸ਼ੁਰੂ ਕਰਤੇ ਕਿਉਂਕਿ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ। ਸੋ ਅੱਜ ਵੀ ਮੁੱਦਿਆਂ ਦੀ ਨਵਜੋਤ ਸਿੱਧੂ ਗੱਲ ਨਹੀਂ ਕਰਦੇ। ਅਗਰ ਮੁੱਦਿਆਂ ਦੀ ਗੱਲ ਕਰਦੇ ਹੁੰਦੇ ਤਾਂ ਮੈਂ ਕਹਿੰਦਾ ਕਿ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨਹੀਂ, ਚੰਨੀ ਸਾਹਿਬ ਨੇ ਤਾਂ ਕਰਕੇ ਦਿਖਾਉਣ ਨਾ 3 ਰੁਪਏ ਬਿਜਲੀ ਦੇਣ, ਨਾ ਘਰ ਘਰ ਨੌਕਰੀ ਕਰਨ, ਨਾ 90,000 ਕਰੋੜ ਦਾ ਕਰਜ਼ਾ ਮਾਫ। ਸੋ ਕਿਤੇ ਨਾ ਕਿਤੇ ਕੁਰਸੀ ਦੀ ਲੜਾਈ ਹੈ। ਜਿਨ੍ਹਾਂ ਨੂੰ ਮਿਲ ਗਈ ਉਹ ਚੁੱਪ ਕਰਕੇ ਬੈਠ ਕੇ, ਜਿਨ੍ਹਾਂ ਨੂੰ ਨਹੀਂ ਮਿਲੀ ਉਹਨਾਂ ਨੇ ਉਤਪਾਤ ਮਚਾ ਰੱਖਿਆ। ਪੰਜਾਬ ਦੇ ਮਸਲਿਆਂ ਦੀ ਗੱਲ ਨਹੀਂ ਹੁੰਦੀ, ਜਿਹੜੇ ਟੀਚਰ ਧਰਨਿਆਂ ਤੇ ਬੈਠੇ ਉਹਨਾਂ ਦੀ ਗੱਲ ਨਹੀਂ ਹੁੰਦੀ, ਨਰਸਿਸ ਦੀ ਗੱਲ ਨਹੀਂ ਹੁੰਦੀ। ਔਰ ਅੱਜ ਦੇਖਿਆ ਹੋਣਾ ਜਦੋਂ ਅੰਦਰ ਮੁੱਖ ਮੰਤਰੀ ਤੇ ਨਵਜੋਤ ਸਿੱਧੂ ਸਾਹਿਬ ਦੀ ਮੀਟਿੰਗ ਚੱਲਦੀ ਸੀ ਤਾਂ ਬਾਹਰ ਨਰਸਿਸ ਨੇ ਪੂਰਾ ਆ ਕੇ ਸ਼ੋਰ ਸ਼ਰਾਬਾ ਕੀਤਾ, ਉਹਨਾਂ ਨੂੰ ਅਰੈਸਟ ਕੀਤਾ ਗਿਆ, ਕੁੱਟਿਆ ਗਿਆ। ਸੋ ਇਹ ਪੰਜਾਬ ਦੇ ਹਾਲਾਤ ਨੇ ਕਿ ਆਪਦੀ ਕੁਰਸੀਆਂ ਦੀ ਲੜਾਈ ਦੇ ਵਿੱਚ ਬਿਜ਼ੀ ਨੇ। ਪੰਜਾਬ ਦੇ ਬਾਰੇ ਕਾਂਗਰਸ ਦਾ ਕੋਈ ਧਿਆਨ ਨਹੀਂ, ਕਿਸੇ ਕੰਮ ਕਨੀ ਕੋਈ ਧਿਆਨ ਨਹੀਂ। ਅਪ੍ਰੈਲ ਤੋਂ ਲੈ ਕੇ ਅੱਜ ਤੱਕ ਸਰਕਾਰੀ ਦਫ਼ਤਰਾਂ 'ਚ ਕੋਈ ਕੰਮ ਨਹੀਂ ਹੋਇਆ ਸਿਵਾਏ ਕੁਰਸੀ ਦੀ ਲੜਾਈ ਦੇ। ਕਲੇਰ ਸਾਹਿਬ ਠੀਕ ਹੈ, ਦੁਬਾਰਾ ਆਉਣਾ ਤੁਹਾਡੇ ਕੋਲ। ਇਸ ਤੋਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਤੋਂ ਦੇਵ ਮਾਨ ਜੀ ਕੋਲ ਜਾਵਾਂ। ਚੇਤਨ ਜੀ, ਜੋ ਇਹ ਘਟਨਾਕ੍ਰਮ ਚੱਲ ਰਿਹਾ ਇਹਦੇ 'ਚ ਕਿਤੇ ਨਾ ਕਿਤੇ ਬੀਜੇਪੀ ਦੀ ਭੂਮਿਕਾ ਜਾਂ ਬੀਜੇਪੀ ਨੂੰ ਇਨਵੋਲਵ ਆਪਾਂ ਇਸ ਨਜ਼ਰੀਏ ਤੋਂ ਕਹਿ ਸਕਦੇ ਹਾਂ ਕਿ ਕੈਪਟਨ ਸਾਹਿਬ ਨੂੰ ਲੈ ਕੇ ਚਰਚਾਵਾਂ ਆ ਰਹੀਆਂ ਕਿ ਉਹ ਬੀਜੇਪੀ 'ਚ ਜਾ ਸਕਦੇ ਨੇ। ਉਹਨਾਂ ਨੇ ਅੱਜ ਸਾਫ਼ ਕੀਤਾ ਕਿ ਉਹ ਬੀਜੇਪੀ 'ਚ ਨਹੀਂ ਜਾ ਰਹੇ, ਪਰ ਕਾਂਗਰਸ 'ਚ ਵੀ ਨਹੀਂ ਰਹਿਣਗੇ। ਕੱਲ ਉਹਨਾਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨਾਲ ਮੀਟਿੰਗ ਹੋਈ। ਅੱਜ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਉਹਨਾਂ ਦੇ ਨਾਲ ਵੀ ਉਹਨਾਂ ਦੀ ਮੀਟਿੰਗ ਹੋਈ। ਇਹਨਾਂ ਮੀਟਿੰਗਾਂ ਨੂੰ ਲੈ ਕੇ ਕਾਫੀ ਤਰ੍ਹਾਂ ਦੀਆਂ ਗੱਲਾਂ ਆਉਂਦੀ ਰਹੀਆਂ ਤੇ ਸ਼ਾਮ ਹੁੰਦੇ ਹੁੰਦੇ ਕੈਪਟਨ ਸਾਹਿਬ ਨੇ ਸਪਸ਼ਟ ਕਰਤਾ। ਹਾਲਾਂਕਿ ਬੀਜੇਪੀ ਦੇ ਕਈ ਲੀਡਰ ਪੰਜਾਬ ਲੈਵਲ ਦੇ ਆਪਾਂ ਕਹਿ ਲਈਏ, ਚਾਹੇ ਨੈਸ਼ਨਲ ਲੈਵਲ ਦੇ ਵੀ ਕਈ ਲੀਡਰਾਂ ਦੇ ਜਿਹੜੇ ਬਿਆਨ ਹੈ ਉਹ ਆਉਣੇ ਸ਼ੁਰੂ ਹੋ ਗਏ ਸੀ ਕਿ ਕੈਪਟਨ ਸਾਹਿਬ ਵੈਲਕਮ ਨੇ। ਉਹਨਾਂ ਦੀ ਜੋ ਸੋਚ ਹੈ, ਉਹਨਾਂ ਦਾ ਜੋ ਏਜੰਡਾ ਹੈ, ਉਹ ਜਿਹੜਾ ਹੈ ਕੈਪਟਨ ਸਾਹਿਬ ਦੇ ਹੱਕ 'ਚ ਕਈ ਬਿਆਨ ਆਏ, ਪਰ ਅੱਜ ਕੈਪਟਨ ਸਾਹਿਬ ਨੇ ਕਲੀਅਰ ਕਰਤਾ ਕਿ ਉਹ ਨਹੀਂ ਜਾ ਰਹੇ। ਚੇਤਨ ਜੀ, ਇੱਕ ਤਾਂ ਇਹਦੇ ਤੇ ਦੂਜਾ ਜੋ ਕਾਂਗਰਸ ਦੇ ਵਿੱਚ ਚੱਲ ਰਿਹਾ ਹੈ, ਬੀਜੇਪੀ ਇਹਨੂੰ ਕਿਵੇਂ ਲੈ ਰਹੀ? ਚੇਤਨ ਜੀ ਦੇਖੋ, ਪਹਿਲੀ ਗੱਲ ਤੇ ਮੈਂ ਤੁਹਾਡੇ ਇਸ ਸਵਾਲ ਦਾ ਬਹੁਤ ਸਵਾਗਤ ਕਰਦਾ ਕਿ ਤੁਸੀਂ ਬੜਾ ਸੋਹਣਾ ਸਵਾਲ ਪੁੱਛਿਆ ਤੇ ਉਹਦਾ ਜਵਾਬ ਤੇ ਵੈਸੇ ਕੈਪਟਨ ਸਾਹਿਬ ਤੁਹਾਨੂੰ ਦੇ ਚੁੱਕੇ ਨੇ ਕਿ ਉਹ ਬੀਜੇਪੀ 'ਚ ਨਹੀਂ ਆਉਣਗੇ। ਲੇਕਿਨ ਇੱਕ ਰਾਜਨੀਤਿਕ ਮਰਿਆਦਾ ਹੁੰਦੀ ਆ, ਰਾਜਨੀਤਿਕ ਤਹਿਜ਼ੀਬ ਹੁੰਦੀ ਆ, ਔਰ ਰਾਜਨੀਤਿਕ ਤਹਿਜ਼ੀਬ ਦੇ ਵਿੱਚ ਅਸੀਂ ਕਿਸੇ ਵੀ ਐਕਸ ਮੁੱਖ ਮੰਤਰੀ ਨੂੰ, ਜੋ ਕੇਂਦਰੀ ਗ੍ਰਹਿ ਮੰਤਰੀ ਜੀ ਨੂੰ ਮਿਲ ਕੇ ਆਏ ਨੇ ਜਾਂ ਡੋਵਲ ਸਾਹਿਬ ਨੂੰ ਮਿਲ ਕੇ ਆਏ ਨੇ, ਉਹ ਐਕਸ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਪੰਜਾਬ ਦੇ, ਤੇ ਉਹ ਤਾਂ ਮੁਲਾਕਾਤ ਕਰਕੇ ਆਏ ਹੋਣਗੇ। ਬਾਕੀ ਬੀਜੇਪੀ ਵੱਲੋਂ ਜੇ ਤੁਸੀਂ ਪ੍ਰਤੀਕਿਰਿਆ ਮੰਨਦੇ ਪਏ ਹੋ ਕਿਸੇ ਤਰ੍ਹਾਂ ਦੀ, ਉਹ ਸਾਡੇ ਵੱਲੋਂ ਵੀ, ਸਾਡੇ ਵਾਸਤੇ ਤੇ ਸਾਡੇ ਸਾਰੇ ਜਿੰਨੇ ਵੀ ਸਾਡੇ ਵਿਰੋਧੀ ਦਲ ਹੈਗੇ ਨੇ ਉਹ ਸਾਰੇ ਸਤਿਕਾਰਯੋਗ ਨੇ। ਤੇ ਜੇ ਅਸੀਂ ਕਿਸੇ ਦੇ, ਇਹਦਾ ਮਤਲਬ ਇਹ ਕੋਈ ਜ਼ਰੂਰੀ ਥੋੜੀ ਹੈ ਕਿ ਅਸੀਂ ਕਿਸੇ ਦੇ ਖਿਲਾਫ ਹੀ ਗੱਲ ਕਰਨੀ ਆ। ਕਿਸੇ ਬੰਦੇ ਨੇ ਕਿਸੇ ਮੁੱਦੇ ਤੇ ਗੱਲ ਕੀਤੀ ਹੈ, ਠੀਕ ਹੈ, ਉਹਨਾਂ ਦਾ ਵੈਲਕਮ ਆ। ਅਸੀਂ ਤੇ ਕਹਿੰਦੇ ਸਿੱਧੀ ਗੱਲ ਵੀ ਸਾਡੇ ਵਾਸਤੇ ਸਾਰਿਆਂ ਦਾ ਵੈਲਕਮ ਆ। ਦੂਜੀ ਗੱਲ, ਜਿਹੜੀ ਤੁਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਰਹੇ ਹੋ, ਹੁਣ ਤੁਸੀਂ ਦੇਖੋ ਅੱਜ ਜੋ ਪੰਜਾਬ ਦੇ ਵਿੱਚ ਚੱਲਦਾ ਪਿਆ, ਜੋ ਪੰਜਾਬ ਦੇ ਵਿੱਚ ਚੱਲਦਾ ਪਿਆ, ਦੁੱਖ ਤੇ ਕਿਤੇ ਨਾ ਕਿਤੇ ਤੇ ਅਕਾਲੀ ਭਾਜਪਾ ਸਰਕਾਰ ਦੇ ਹੱਥੋਂ ਜਦੋਂ ਇਹਨਾਂ ਨੇ ਸਿਆਸਤ ਲਈ ਆ ਤੇ ਲੋਕਾਂ ਨੂੰ ਹੋ ਤੇ ਰਿਹਾ ਹੀ ਆ ਕਿ 10 ਸਾਲ ਜਿਹੜੀ ਸਰਕਾਰ ਅਕਾਲੀ ਭਾਜਪਾ ਨੇ ਚਲਾਈ ਸੀ ਉਸ ਟਾਈਮ, ਉਸ ਤੋਂ ਬਾਅਦ ਕੈਸੇ ਇਮੋਸ਼ਨਲ ਬਲੈਕਮੇਲ ਕਰਕੇ ਧਾਰਮਿਕ ਸਤਿਕਾਰਯੋਗ ਸ਼੍ਰੀ ਗੁਟਕਾ ਸਾਹਿਬ ਜੀ ਦੇ ਹੱਥ ਰੱਖ ਕੇ ਇਹਨਾਂ ਲੋਕਾਂ ਨੇ ਟੀਮ ਪੀਕੇ ਨੇ
ਮੈਂ ਇੱਥੇ ਗੱਲ ਜ਼ਿਕਰ ਕਰ ਦਿੰਦਾ, ਉਦੋਂ ਟੀਮ ਪੀਕੇ ਮੰਨੀ ਜਾਂਦੀ ਸੀ, ਪ੍ਰਸ਼ਾਂਤ ਕਿਸ਼ੋਰ ਦੀ ਟੀਮ। ਉਹਨਾਂ ਨੇ ਕੈਸੇ ਕੈਸੇ ਆਪਣੇ ਪੈਂਤਰੇ ਵਰਤੇ ਤੇ ਲੋਕਾਂ ਨੂੰ ਇਹ ਮਜਬੂਰ ਕਰਤਾ ਕਿ ਤੁਸੀਂ ਕਾਂਗਰਸ ਨੂੰ ਵੋਟ ਪਾਓ, ਤੁਹਾਡੇ ਵਾਸਤੇ ਘਰ ਘਰ ਨੌਕਰੀ ਹੋਏਗੀ, ਜਿਹੜਾ ਸੈਂਡ ਮਾਫੀਆ ਹੈਗਾ, ਰੇਤ ਮਾਫੀਆ, ਉਹਨਾਂ ਦੇ ਉੱਤੇ ਨਕੇਲ ਕੱਸੀ ਜਾਏਗੀ, ਠੀਕ ਹੈ ਜੀ। ਹੋਰ ਪਤਾ ਨਹੀਂ ਕਿਹੜੇ ਕਿਹੜੇ ਅਸਰਾਂ ਦੇ ਇਲਜ਼ਾਮ ਲਾ ਕੇ ਤੇ ਇਹਨਾਂ ਲੋਕਾਂ ਨੇ ਉਸ ਸਰਕਾਰ ਦੀ ਕਾਰਗੁਜ਼ਾਰੀ ਨੂੰ ਏਦਾਂ ਪ੍ਰੈਜ਼ੈਂਟ ਕੀਤਾ ਲੋਕਾਂ ਦੇ ਅੱਗੇ 2017 ਦਾ ਮੈਂਡੇਟ ਲੈਣ ਲੱਗੇ ਕਿ ਪਤਾ ਨਹੀਂ ਕਿਹੜਾ ਇੱਕ ਕਾਂਗਰਸ ਪਾਰਟੀ ਦੀ ਇੱਕ ਅਵਤਾਰ ਪਾਰਟੀ ਪੰਜਾਬ ਦੇ ਵਿੱਚ ਆਉਣ ਲੱਗੀ ਆ ਤੇ ਪਤਾ ਨਹੀਂ ਉਹਨੇ ਕਿਹੜਾ ਐਸਾ ਸੁਧਾਰ ਕਰ ਦੇਣਾ। ਤੇ ਨਤੀਜਾ ਦੇਖ ਲਓ ਅੱਜ ਤੁਸੀਂ। ਇੱਕ ਸ਼ੇਰ ਮੈਨੂੰ ਯਾਦ ਆ ਗਿਆ, ਉਹਦੀ ਇੱਕ ਲਾਈਨ ਹੈਗੀ ਆ ਕਿ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਹੈ। ਇੱਕ ਛੋਟੀ ਜੀ ਗਲਤੀ ਹੋ ਗਈ ਪੰਜਾਬ ਦੇ ਲੋਕਾਂ ਦੇ ਕੋਲੋਂ 2017 ਦੇ ਮੈਂਡੇਟ ਜਿਹੜਾ ਇਹਨਾਂ ਨੇ ਕਾਂਗਰਸ ਨੂੰ ਦੇ ਦਿੱਤਾ। ਹੁਣ ਤੁਸੀਂ ਦੇਖੋ, ਚਲੋ ਛੱਡੋ ਡੈਮੋਕ੍ਰੇਸੀ ਦੇ ਵਿੱਚ ਤੇ ਇਹਨਾਂ ਨਾਲ ਕੀ ਗੱਲ ਕਰਨੀ, ਇਹਨਾਂ ਦੇ ਆਪਣੇ ਘਰ ਦਾ ਕਲੇਸ਼ ਆ। ਕਾਂਗਰਸ ਦੇ ਘਰ ਦੇ ਕਲੇਸ਼ ਨੂੰ ਕਿੱਦਾਂ ਤੁਸੀਂ ਸਟੇਟ ਦੇ ਕਲੇਸ਼ ਨਾਲ ਕੰਪੇਅਰ ਕਰਕੇ ਅਟੈਚ ਕਰ ਰਹੇ ਹੋ। ਚਲੋ ਮੰਨ ਲਿਆ ਸਿੱਧੂ ਸਾਹਿਬ ਨਾਰਾਜ਼ ਨੇ, ਭਾਈ ਸਿੱਧੂ ਸਾਹਿਬ ਜੇ ਨਾਰਾਜ਼ ਨੇ ਤੇ ਆਪਣੀ ਪਾਰਟੀ ਦੇ ਦਫ਼ਤਰ ਦੇ ਵਿੱਚ ਬਹਿ ਕੇ ਨਾਰਾਜ਼ਗੀ ਦੂਰ ਕਰਨਾ, ਜਿੱਥੇ ਬਿਸਤਰਾ ਰੱਖਿਆ ਸੀ ਉਹਨਾਂ ਨੇ ਆਪਣਾ, ਜਿੱਥੇ ਕਹਿੰਦੇ ਸੀ ਮੈਂ ਆਪਣਾ ਬਿਸਤਰਾ ਲੈ ਕੇ 15 ਸੈਕਟਰ ਦੇ ਕਾਂਗਰਸ ਭਵਨ ਦੇ ਵਿੱਚ ਆ ਗਿਆ, ਤੁਸੀਂ ਆਪਣਾ ਉੱਥੇ ਬਿਸਤਰਾ ਰੱਖਿਆ ਵਾ, ਉੱਥੇ ਬਹਿ ਕੇ ਸੋਲਵ ਕਰੋ। ਤੁਸੀਂ ਕੀ ਨਹੀਂ ਕੀਤਾ। ਡੈਮੋਕ੍ਰੇਸੀ ਦਾ ਤਾਂ ਮਜ਼ਾਕ ਡਾਤਾ, ਮੈਂਡੇਟ 2017 ਦਾ ਮਜ਼ਾਕ ਡਾਤਾ, ਤੁਸੀਂ ਬਿਊਰੋਕ੍ਰੇਸੀ ਦਾ ਜਲੂਸ ਕੱਢ ਦਿੱਤਾ। ਉਹ ਕਾਂਗਰਸ ਦੀ ਟਿਕਟ ਲੈ ਕੇ ਆਫੀਸਰ ਨਹੀਂ ਬਣੇ, ਉਹ ਯੂਪੀਐਸਸੀ ਦੇ ਥਰੂ ਜਾਂ ਪੀਪੀਐਸਸੀ ਦੇ ਥਰੂ ਆਫੀਸਰਸ ਬਣੇ ਨੇ। ਤੁਸੀਂ ਉਹਨਾਂ ਦੀਆਂ ਪੋਸਟਾਂ ਤੇ ਉਹਨਾਂ ਦੀਆਂ ਬਦਲੀਆਂ ਤੇ ਉਹਨਾਂ ਦੀ ਸ਼ਫਲਿੰਗ ਨਾਲ ਉਹਨਾਂ ਦਾ ਮਜ਼ਾਕ ਉਡਾ ਦਿੱਤਾ ਫੜ ਕੇ। ਇਸ ਤੋਂ ਇਲਾਵਾ ਇੱਕ ਬਚੀ ਸੀਗੀ ਸਤਿਕਾਰਯੋਗ, ਜਿਹਦੇ ਅੱਗੇ ਸਾਰੇ ਨਤਮਸਤਕ ਹੁੰਦੇ ਨੇ, ਉਹ ਹੈਗੀ ਸਾਡੀ ਜੁਡੀਸ਼ਲੀ। ਤੁਸੀਂ ਲੋਕਾਂ ਨੇ ਜੁਡੀਸ਼ਲੀ ਨੂੰ ਰਿਪਰੈਜ਼ੈਂਟ ਕਰਨ ਵਾਲੇ ਐਡਵੋਕੇਟ ਜਨਰਲ ਦੀ ਪੋਸਟ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ। ਅਜੇ ਬੜੇ ਆਰਾਮ ਨਾਲ ਕਹਿ ਰਹੇ ਨੇ ਕਿ ਸਾਡੇ ਘਰ ਦਾ ਮਸਲਾ ਠੀਕ। ਅਰੇ ਸਾਨੂੰ ਕੀ ਲੈਣਾ ਸੀ ਕਾਂਗਰਸ ਦੇ ਮਸਲੇ ਨਾਲ। ਮੁੱਖ ਮੰਤਰੀ ਤੇ ਸਰਕਾਰ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਆ, ਸਾਡੇ ਵੀ ਮੁੱਖ ਮੰਤਰੀ ਨੇ, ਸਾਡੀ ਵੀ ਸਰਕਾਰ ਹੈ, ਸਾਡਾ ਹੱਕ ਹੈ ਇਹਨਾਂ ਨੂੰ ਸਵਾਲ ਕਰਨਾ। ਕੀ ਕਰਦੇ ਪਏ ਜੇ ਤੁਸੀਂ ਹੁਣ ਤੱਕ? ਕਦੀ ਤੁਸੀਂ ਕੋਈ ਮਜ਼ਾਕ ਲੈ ਕੇ ਚੱਲ ਜਾਂਦੇ, ਕਦੀ ਕੋਈ ਮਜ਼ਾਕ ਲੈ ਜਾਂਦੇ। ਇਹ ਲੋਕਾਂ ਦਾ ਜਿਹੜਾ ਮਜ਼ਾਕ ਉਡਾ ਰਹੇ ਜੇ ਸਿਰਫ ਇਸ ਗੱਲ ਕੇ ਕਿ ਬਿਲਕੁਲ ਸਹੀ ਗੱਲ ਕਹੀ ਹੈ ਕਲੇਰ ਸਾਹਿਬ ਨੇ ਕਿ ਜਾਂਦੇ ਜਾਂਦੇ ਜੋ ਮੇਵਾ ਮਿਲਦਾ ਉਹਨੂੰ ਖਾ ਲਈਏ, ਜੋ ਸਾਨੂੰ ਸਰਕਾਰੀ ਕੁਰਸੀ ਮਿਲਦੀ ਹੈ ਉਹਨੂੰ ਲੈ ਲਈਏ। ਇਹਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਹਿੱਤ ਨਹੀਂ ਹੈ ਕੋਈ। ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਗਏ ਮੈਂਡੇਟ ਦਾ ਮਜ਼ਾਕ ਆ। ਔਰ ਕੈਪਟਨ ਅਮਰਿੰਦਰ ਸਿੰਘ ਜੀ ਜਿੱਧਰ ਮਰਜ਼ੀ ਜਾਣ, ਜੋ ਬੀਜੇਪੀ 'ਚ ਨਹੀਂ ਆਉਣਾ ਚਾਹੁੰਦੇ ਕੋਈ ਗੱਲ ਨਹੀਂ, ਅਸੀਂ ਫਿਰ ਵੀ ਉਹਨਾਂ ਦਾ ਸਤਿਕਾਰ ਕਰਦੇ ਹਾਂ। ਹਾਂਜੀ ਜੋਸ਼ੀ ਸਾਹਿਬ ਦੁਬਾਰਾ ਦੇਵ ਮਾਨ ਜੀ, ਕਿਵੇਂ ਦੇਖ ਰਹੇ ਹੋ ਜੀ ਪੂਰੇ ਘਟਨਾਕ੍ਰਮ ਨੂੰ? ਆਮ ਆਦਮੀ ਪਾਰਟੀ ਦੇ ਨਜ਼ਰਾਂ ਪੂਰੀਆਂ ਲੱਗੀਆਂ ਹੋਈਆਂ। ਮਾਨ ਸਾਹਿਬ। ਬਿਲਕੁਲ ਜੀ ਬਿਲਕੁਲ। ਮੈਂ ਤਾਂ ਪਹਿਲਾਂ ਵੀ ਪਿਛਲੀ ਡਿਬੇਟ 'ਚ ਵੀ ਕਿਹਾ ਸੀਗਾ ਕਿ ਕਾਂਗਰਸ ਨੂੰ ਲੱਗੀਆਂ ਨੇ ਬਦਦੁਆਵਾਂ। ਪਹਿਲਾਂ ਅਕਾਲੀ ਦਲ ਨੂੰ ਬਦਦੁਆਵਾਂ ਲੱਗੀਆਂ ਨੇ। ਅਕਾਲੀ ਦਲ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਸੀ ਔਰ ਇਹ ਵੱਡੀਆਂ ਗੱਲਾਂ ਕਰਨ ਵਾਲੀਆਂ ਪਾਰਟੀਆਂ ਕਿ ਅਸੀਂ 25 ਸਾਲ ਰਾਜ ਕਰਾਂਗੇ, ਉਹ ਤੀਜੇ ਨੰਬਰ ਦੀ ਪਾਰਟੀ ਬਣੀ ਅਕਾਲੀ ਦਲ। ਤੇ ਹੁਣ ਕਾਂਗਰਸ ਨੇ ਜਿਹੜਾ ਜੀ ਇਹ ਸਾਰਾ ਕੰਮ ਕੀਤਾ ਔਰ ਵੱਡੇ ਵਾਅਦੇ ਕਰਕੇ, ਔਰ ਜਦੋਂ ਪੂਰੇ ਨਹੀਂ ਹੋ ਰਹੇ ਹੁਣ ਡਰਾਮਾ ਕਰਦੇ ਆ, ਕਦੇ ਕੈਪਟਨ ਬਦਲਾਤਾ, ਕਦੇ ਚੰਨੀ ਲਾਤਾ, ਕਦੇ ਸਿੱਧੂ ਲਾਤਾ, ਫਿਰ ਅਸਤੀਫਾ ਦੇਤਾ। ਇਹ ਸਾਰੀ ਗੇਮ ਦੇ ਪਿੱਛੇ ਬੀਜੇਪੀ ਆਪਣਾ ਫਾਇਦਾ ਦੇਖਦੀ ਹੈ, ਕਿਉਂਕਿ ਬੀਜੇਪੀ ਕੋਲ ਕੋਈ ਚੱਜ ਦਾ ਲੀਡਰ ਤਾਂ ਹੈ ਨਹੀਂ ਪੰਜਾਬ 'ਚ। ਮੈਨੂੰ ਤਾਂ ਇਹਦਾ ਨਾਂ ਵੀ ਨਹੀਂ ਪਤਾ ਜਿਹੜਾ ਬੀਜੇਪੀ ਦਾ ਕੋਈ ਨੈਸ਼ਨਲ ਲੈਵਲ ਦਾ ਲੀਡਰ ਜਾਂ ਕੋਈ ਵਧੀਆ ਜਿਹਨੇ ਆਪਣਾ ਨਾਂ ਕਮਾਇਆ ਪੰਜਾਬ 'ਚ, ਕਿਉਂਕਿ ਕਦੇ ਪੰਜਾਬ ਦੇ ਲੋਕਾਂ ਲਈ ਬੀਜੇਪੀ ਲੜੀ ਨਹੀਂ, ਕਦੇ ਇਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ। ਪਰ ਜਦੋਂ ਇਹ ਅਕਾਲੀ ਦਲ ਨਾਲ ਭਾਈਵਾਲ ਰਹੇ ਆ ਬੀਜੇਪੀ ਨੇ, ਉਦੋਂ ਵੀ ਕੱਖ ਨਹੀਂ ਕੀਤਾ, ਉਦੋਂ ਵੀ ਮਿਨਿਸਟਰੀਆਂ ਦਾ ਆਨੰਦ ਲੈਂਦੇ ਰਹੇ ਤੇ ਹੁਣੇ ਬਹਿ ਕੇ ਟੀਵੀ ਤੇ ਦਿੰਦੇ ਆ ਸਲਾਹਾਂ। ਹੁਣ ਗੱਲ ਕਰਦੇ ਆ ਕਾਂਗਰਸ ਦੀ ਕਿ ਕਾਂਗਰਸ ਦੇ ਵਿੱਚ ਜਿਹੜਾ ਇਹ ਸਿਸਟਮ ਚੱਲ ਰਿਹਾ ਨਾ, ਇਹ ਕਾਂਗਰਸ ਦੇ ਪਤਨ ਦਾ ਕਾਰਨ ਬਣ ਗਿਆ ਜੀ। ਔਰ ਕਾਂਗਰਸ ਜਿਹੜੀ ਆ ਧਰਾਤਲ ਲੈਵਲ ਤੇ ਬਹੁਤ ਬੁਰੇ ਤਰੀਕੇ ਨਾਲ ਡੈਮੇਜ ਹੋਈ ਹੈ ਔਰ ਕਾਂਗਰਸ ਦਾ ਏਡਾ ਵੱਡਾ ਨੁਕਸਾਨ ਜਿਹੜਾ ਉਹ ਹੋ ਗਿਆ ਕਿ ਕਾਂਗਰਸ ਨੂੰ ਹੁਣ ਆਪਣੇ ਪੈਰਾਂ ਤੇ ਖੜਾ ਕਰਨ ਵਾਸਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਸੁਨੀਲ ਜਾਖੜ ਜਾਂ ਚੰਨੀ ਜਾਂ ਕੋਈ ਖੱਬੇ ਸੱਜੇ ਕਿਸੇ ਹੋਰ ਲੀਡਰ ਦੇ ਮੋਢਿਆਂ ਤੇ ਜ਼ਿੰਮੇਵਾਰੀ ਪਾ ਕੇ ਉਹ ਕਾਂਗਰਸ ਦੇ ਵੀ ਜਾਨ ਫੂਕ ਸਕਦੇ ਆ। ਉਹ ਕਿਉਂ? ਉਹ ਇਸ ਕਰਕੇ ਕਿਉਂਕਿ ਜਿਹੜੇ ਵਾਅਦੇ ਆ ਨਾ ਜੀ, ਘਰ ਘਰ ਨੌਕਰੀ, ਸਸਤੀ ਬਿਜਲੀ ਔਰ ਕੀ ਕਹਿੰਦੇ ਆ ਕਿਸਾਨਾਂ ਦਾ ਕਰਜ਼ਾ ਮਾਫ, ਖੇਤ ਮਜ਼ਦੂਰ ਦਾ ਕਰਜ਼ਾ ਮਾਫ, 5 ਮਰਲੇ ਦਾ ਪਲਾਟ, 2500 ਪੈਨਸ਼ਨ, ਇਹ ਸਾਰੀਆਂ ਸਹੂਲਤਾਂ ਜਿਹੜੀਆਂ ਕਿੱਥੋਂ ਦੇਣਗੇ ਜੀ? ਇਹਨਾਂ ਨੂੰ ਹੁਣ ਪਤਾ ਲੱਗ ਗਿਆ ਕਿ ਸਾਡੇ ਬੱਸੋਂ ਬਾਹਰ ਹੈ ਤੇ ਇਸ ਕਰਕੇ ਕਾਂਗਰਸ ਬਹਾਨੇ ਬਣਾ ਰਹੀ ਹੈ, ਕਦੇ ਸੀਐਮ ਬਦਲਾ ਕੇ, ਕਦੇ ਸਿੱਧੂ ਸਾਹਿਬ ਨੂੰ ਪ੍ਰਧਾਨ ਲਾ ਕੇ, ਕਦੇ ਕੁਛ ਕਰਕੇ। ਇਹ ਸਾਰੀਆਂ ਇਹਨਾਂ ਦੀਆਂ ਆਪਣੀਆਂ ਬਿਆਨਬਾਜ਼ੀਆਂ ਨੇ। ਔਰ ਹਾਸੋਹੀਣ ਗੱਲ ਇਹ ਆ ਕਿ ਕਾਂਗਰਸ ਦੇ ਸੀਨੀਅਰ ਲੀਡਰ ਜਿਹੜੇ ਆਪਣੇ ਆਪ ਨੂੰ ਬਹੁਤ ਪੁਰਾਣਾ ਸਮਝਦੇ ਆ, ਉਹ ਵੀ ਟੀਵੀ ਤੇ ਕਹਿੰਦੇ ਆ ਕਿ ਸਾਡਾ ਇੰਟਰਨਲ ਮਾਮਲਾ ਹੈ ਜੀ,
ਇੰਟਰਨਲ ਮਾਮਲਾ ਨਹੀਂ ਹੈ, ਇਹ ਕਾਂਗਰਸ ਦਾ ਮਾਮਲਾ ਨਹੀਂ ਹੈ, ਇਹ ਲੋਕਾਂ ਦੀਆਂ ਬਦਦੁਆਵਾਂ ਨੇ, ਲੋਕਾਂ ਦਾ ਮਾਮਲਾ ਜਿਹੜਾ, ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਦੇ ਪੂਰਾ ਨਾ ਉਤਰਨਾ। ਕਾਂਗਰਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਹੁਣ ਸਾਡੇ ਤੋਂ ਗੱਲ ਨਹੀਂ ਬਣਨੀ, ਔਰ ਹੁਣ ਇਹ ਬਹਾਨੇਬਾਜ਼ੀ ਲੱਭਦੇ ਆ। ਇਹ ਬਹਾਨੇਬਾਜ਼ੀ ਦੇ ਵਿੱਚ ਬੀਜੇਪੀ ਆਪ ਦਾ ਲਾਹਾ ਕੱਟਣ ਨੂੰ ਫਿਰਦੀ ਹੈ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਆ ਕੇ ਪਤਾ ਨਹੀਂ ਕਿਹੜਾ ਮੱਲ ਮਾਰ ਲਾਂਗੇ। ਇਹ ਕੈਪਟਨ ਅਮਰਿੰਦਰ ਸਿੰਘ ਭਾਵੇਂ 10 ਖੜੇ ਕਰ ਦੇਵੇ ਲਿਆ ਕੇ ਪੰਜਾਬ 'ਚ, ਵੋਟ ਨਹੀਂ ਪੈਂਦੀ ਬੀਜੇਪੀ ਨੂੰ। ਬੀਜੇਪੀ ਦਾ ਹਸ਼ਰ ਬਹੁਤ ਮਾੜਾ ਹੋਏਗਾ ਪੰਜਾਬ ਦੇ ਵਿੱਚ, ਔਰ ਕਿਸਾਨ ਦੁਖੀ ਆ ਜਿਹੜਾ, ਉਹ ਸਭ ਦੇਖ ਰਿਹਾ ਕਿ ਕੈਪਟਨ ਕਿਹੜੀਆਂ ਚਲਾਕੀਆਂ ਕਰ ਰਹੇ ਨੇ। ਉਹਨੂੰ ਸਭ ਪਤਾ ਕਿ ਪ੍ਰਕਾਸ਼ ਸਿੰਘ ਬਾਦਲ ਨੇ, ਲੋਟੂ ਟੋਲੇ ਨੇ ਕੀ ਕੀਤਾ ਜੀ, ਉਹ ਸਭ ਪਤਾ ਉਹਨਾਂ ਨੂੰ ਕਿ ਕਾਂਗਰਸ ਨੇ ਕੀਤਾ। ਜੋ ਵੀ ਕੀਤਾ ਸਾਰਾ ਲੋਕਾਂ ਦੇ ਸਾਹਮਣੇ, ਲੋਕਾਂ ਦੀ ਕਚਹਿਰੀ 'ਚ ਲੋਕ ਬੜੀ ਗੰਭੀਰਤਾ ਨਾਲ ਵਾਚ ਕਰ ਰਹੇ ਆ। ਔਰ ਕਾਂਗਰਸ ਪਾਰਟੀ ਸਿਰਫ ਇੱਕ ਮਜ਼ਾਕ ਦੀ ਪਾਰਟੀ ਬਣ ਕੇ ਰਹਿ ਗਈ ਆ। ਬੀਜੇਪੀ ਦਾ ਕੋਈ ਨਾਂ ਲੈ ਕੇ ਰਾਜੀ ਨਹੀਂ, ਅਕਾਲੀ ਦਲ ਦੇ ਉੱਪਰ ਕਿਸੇ ਨੂੰ ਭਰੋਸਾ ਹੈ ਨਹੀਂ। ਸਿਰਫ ਇੱਕੋ ਇੱਕ ਪਾਰਟੀ ਬਚੀ ਆ, ਆਮ ਆਦਮੀ ਪਾਰਟੀ, ਜਿਹਦੇ ਉੱਪਰ ਅੱਜ ਪੰਜਾਬ ਦੇ ਲੋਕ ਭਰੋਸਾ ਕਰ ਰਹੇ ਆ ਔਰ ਅੱਗੇ ਵੀ ਕਰਨਗੇ। ਦੁਬਾਰਾ ਨਾ ਮਾਨ ਸਾਹਿਬ ਤੁਹਾਡੇ ਕੋਲ। ਸੰਧੂ ਸਾਹਿਬ ਗੱਲਾਂ ਕਈ ਆ ਗਈਆਂ। ਚੇਤਨ ਜੋਸ਼ੀ ਜੀ ਨੇ ਕਿਹਾ ਜੀ ਛੋਟੀ ਗਲਤੀ ਲੋਕਾਂ ਨੇ ਕੀਤੀ, ਇਸ ਟਾਈਮ ਭੁਗਤ ਰਹੇ ਹੈ। ਮਾਨ ਸਾਹਿਬ ਕਹਿੰਦੇ ਜੀ ਨਾਟਕ ਚੱਲ ਰਿਹਾ ਹੈ। ਕਲੇਰ ਸਾਹਿਬ ਨੇ ਕਿਹਾ ਕਿ ਜਾਂਦੇ ਜਾਂਦੇ ਦਾ ਜੋ ਚੱਲ ਰਿਹਾ ਸਾਰਾ ਕੁਝ ਉਹ ਹੈ। ਸੰਧੂ ਸਾਹਿਬ ਤੁਹਾਡਾ ਕਮੈਂਟ। ਦੇਖੋ, ਮੈਂ ਕਲੇਰ ਸਾਹਿਬ ਨਾਲ ਵੀ ਬੜੀ ਡਿਬੇਟ ਤੇ ਬੈਠਾ, ਚਲੋ ਦੇਵ ਮਾਨ ਜੀ ਬੈਠੇ ਨੇ, ਅੱਜ ਚੇਤਨ ਮੋਹਨ ਜੋਸ਼ੀ ਜੀ ਮੇਰੇ ਨਾਲ ਪਹਿਲੀ ਵਾਰ ਬੈਠੇ ਨੇ। ਮੈਨੂੰ ਲੱਗਦਾ ਇਹਨਾਂ ਨੇ ਐਮਐਲਏ ਦੀ ਟਿਕਟ ਕਿੱਥੋਂ ਲੈਣੀ ਹੈ, ਕਿਉਂਕਿ ਇਹ ਵਧੀਆ ਬਣਾ ਰਹੇ, ਮੈਨੂੰ ਚੰਗੇ ਲੱਗੇ। ਕੀ ਬਾਤ ਹੈ। ਤੁਸੀਂ ਮਤਲਬ ਜਿਹੜਾ ਬੰਦਾ ਕੋ ਤੁਹਾਡੇ ਨਾਲ ਗੱਲ ਕਰੇ ਤੁਸੀਂ ਉਹਨੂੰ ਕਹਿ ਦੋ ਵੀ ਮਤਲਬ ਮੈਂ ਕਾਂਗਰਸੀ ਨਹੀਂ ਹੈਗਾ। ਇਹ ਗੱਲ ਬਿਲਕੁਲ ਤੁਹਾਡੀ ਸਹੀ ਆ ਵੀ ਜਿਹੜੇ ਕਾਂਗਰਸ ਦੇ ਲੋਕ ਬੈਠਦੇ ਨੇ ਉਹ ਟਿਕਟ ਜਾਂ ਉਹਦੇ ਵਾਸਤੇ ਬੈਠਦੇ, ਮੈਂ ਨਹੀਂ ਹੈਗਾ। ਚਲੋ ਜੋਸ਼ੀ ਜੀ, ਉਹ ਤੁਹਾਨੂੰ ਕੰਪਲੀਮੈਂਟ ਹੀ ਦੇ ਰਹੇ ਹੋ। ਹਾਂਜੀ, ਥੈਂਕ ਯੂ ਸੋ ਮਚ ਫॉर ਦਿਸ ਕੰਪਲੀਮੈਂਟ, ਪਰ ਮੈਂ ਕਾਂਗਰਸੀ ਨਹੀਂ ਹੈਗਾ, ਮੈਨੂੰ ਉਹਦੇ ਦੀ ਲੋੜ ਨਹੀਂ ਸਰ। ਸੰਧੂ ਸਾਹਿਬ ਜੀ ਸੰਧੂ ਸਾਹਿਬ, ਗੱਲ ਇਹ ਆ ਜੀ ਵੀ ਅਨਿਲ ਜੀ, ਮੈਂ ਤੁਹਾਨੂੰ ਗੱਲ ਦੱਸਾਂ, ਮੈਨੂੰ ਨਾ ਪਿਛਲੇ ਦਿਨਾਂ 'ਚ ਬੜੀਆਂ ਡਿਬੇਟਾਂ ਕਰੀਆਂ, ਕਾਫੀ ਕਰ ਲਈਆਂ। ਇਹਨਾਂ ਸਾਰਿਆਂ 'ਚ ਇੱਕ ਬੜੀ ਗੱਲ ਕਾਮਨ ਆ, ਇਹਨਾਂ ਦੇ ਵਿੱਚ ਜਿੰਨੇ ਬੀਜੇਪੀ ਦੇ ਸਪੋਕਸਮੈਨ ਨੇ, ਤੇ ਚਾਹੇ ਇਹਨਾਂ ਦੇ ਜਿਹੜੇ ਲੀਡਰ ਆ, ਚਾਹੇ ਅਨਿਲ ਵਿਜ ਆ, ਚਾਹੇ ਇਹਨਾਂ ਦਾ ਸਭ ਤੋਂ ਜਿਹੜਾ ਗਰਮ ਲੀਡਰ ਹੈ ਨਾ, ਇਹਨਾਂ ਦਾ ਸਭ ਤੋਂ ਜਿਹੜਾ ਗਰੇਵਾਲ ਹੈ, ਉਹ ਵੀ ਕੈਪਟਨ ਸਾਹਿਬ ਵਾਸਤੇ ਬੜੇ ਸੌਫਟ ਕਾਰਨਰ ਇਹਨਾਂ ਨੇ ਲੈ ਲਏ, ਬੜੇ ਸੌਫਟ ਹਾਰਟਡ ਹੋ ਗਏ। ਇਹਨਾਂ ਦਾ ਮਤਲਬ ਮੈਂ ਤੇ ਇਹਨਾਂ ਦਾ ਗਿਰਗਿਟ ਵਾਂਗੂ ਰੰਗ ਸੰਧੂ ਸਾਹਿਬ ਮੌਕਾ ਤਾਂ ਤੁਸੀਂ ਦਿੱਤਾ ਨਾ ਜੀ, ਮੌਕਾ ਤਾਂ ਕਾਂਗਰਸ ਨਹੀਂ ਦਿੱਤਾ। ਮੈਂ ਤੇ ਅਨਿਲ ਜੀ ਗੱਲ ਕਰ ਰਿਹਾ, ਸਿਆਸਤ ਵੇਖੋ ਕਿਵੇਂ ਰੰਗ ਬਦਲਦੀ ਆ, ਇੰਨੇ ਸੌਫਟ ਹੋ ਗਏ ਵੀ ਪੁੱਛੋ ਹੀ ਨਾ। ਅੱਛਾ, ਦੂਜੇ ਬੰਨੇ ਇਹਨਾਂ ਨੇ ਗੱਲ ਕੀਤੀ ਵੀ 2017 ਚ ਅਸੀਂ ਗਲਤੀ ਕੀਤੀ। ਦੇਖੋ, ਚਲੋ ਤੁਸੀਂ ਜੇ ਪੰਜਾਬ 'ਚ ਗਲਤੀ ਕੀਤੀ, ਭਾਰਤ ਵਰਸ਼ ਦੇ ਵਿੱਚ ਲੋਕਾਂ ਨੇ ਗਲਤੀ ਕੀਤੀ ਇੱਕ ਪ੍ਰਧਾਨ ਮੰਤਰੀ ਚੁਣ ਕੇ। ਤੁਸੀਂ ਕਹਿੰਦੇ ਵੀ ਸਰਕਾਰ ਤੁਹਾਡੀ ਨਹੀਂ ਸਾਡੀ ਵੀ ਆ, ਮੁੱਖ ਮੰਤਰੀ ਤੁਹਾਡਾ ਨਹੀਂ ਸਾਡਾ ਵੀ ਆ। ਜੋਸ਼ੀ ਸਾਹਿਬ ਫਿਰ ਪੀਐਮ ਸਾਹਿਬ ਸਾਡੇ ਵੀ ਨੇ, ਸਾਡੇ ਕਿਸਾਨਾਂ ਦੀ ਗੱਲ ਕਿਉਂ ਨਹੀਂ ਸੁਣਦੇ? ਤੁਹਾਡੇ ਬਰੂਹਾਂ ਤੇ ਜਾ ਕੇ ਬੈਠੇ ਆ, ਤੁਸੀਂ ਸਾਰੇ ਜਾ ਕੇ ਇਕੱਠੇ ਹੋ ਕੇ ਉਹਨਾਂ ਨੂੰ ਕਹੋ ਤੇ ਸਹੀ ਬਈ ਪ੍ਰਧਾਨ ਮੰਤਰੀ ਜੀ ਇਹਨਾਂ ਦੀ ਵਿਚਾਰਿਆਂ ਦੀ ਗੱਲ ਤੇ ਸੁਣ ਲਓ, ਇਹ ਮੱਛਰ ਵੀ ਵੱਢਣ ਡਿਆ, ਇਹਨਾਂ ਨੂੰ ਧੁੱਪ ਵੀ ਪੈਣ ਡਈ ਆ, ਇਹਨਾਂ ਨੂੰ ਠੰਡ ਵੀ ਕਰਨ ਡਈ ਆ। ਤੁਸੀਂ ਇੱਥੇ ਡਿਬੇਟਾਂ ਕਰ ਸਕਦੇ ਜੇ, ਤੁਸੀਂ ਉੱਥੇ ਜਾ ਕੇ ਕੁਝ ਨਹੀਂ ਕਹਿ ਸਕਦੇ। ਕਿਉਂ? ਤੁਹਾਡੇ ਬੀਜੇਪੀ ਦੇ ਵਿੱਚ ਕੋਈ ਵੀ ਆਦਮਕਦ ਲੀਡਰ ਨਹੀਂਗਾ ਜਿਹੜਾ ਪ੍ਰਧਾਨ ਮੰਤਰੀ ਨਾਲ ਜਾ ਕੇ ਗੱਲ ਕਰ ਸਕੇ। ਜੇ ਕੋਈ ਇੱਕ ਅੱਧਾ ਹੈਗਾ ਸੀ ਤੇ ਉਹ ਜਾਂ ਅਕਾਲੀ ਦਲ ਚਲ ਗਿਆ ਜਾਂ ਉਹ ਕਿਸੇ ਇੱਧਰ ਜਾਣ ਦੀ ਤਾਕ 'ਚ। ਜੋਸ਼ੀ ਜੀ ਵੇਖੋ, ਤੁਸੀਂ ਬੜੇ ਸੋਹਣੇ ਬੁਲਾਰੇ, ਜੇ ਮੈਂ ਤੁਹਾਨੂੰ ਆਖਿਆ ਮੁੱਦਿਆਂ ਦੇ ਜੇ ਤੁਸੀਂ ਆਓਗੇ ਨਾ, ਮੁੱਦਿਆਂ ਦੇ ਤੁਸੀਂ ਸਾਡੇ ਨਾਲ ਨਹੀਂ ਜਿੱਤ ਸਕਦੇ। ਪੰਜਾਬ ਸਰਕਾਰ ਸ਼ੁਰੂ ਤੋਂ ਵਚਨਬੱਧ ਰਹੀ ਸੀ, ਵਚਨਬੱਧ ਹੈ ਤੇ ਵਚਨਬੱਧ ਰਹੂਗੀ। ਮੈਂ ਮੰਨਿਆ ਕਿਸ ਚੀਜ਼ ਦੀ ਇਹ ਦੱਸੋ ਜੋਸ਼ੀ ਸਾਹਿਬ, ਇਹ ਦੱਸੋ ਮੇਰੇ ਵੀਰ ਬਣ ਕੇ। ਜੀ ਗੱਲ ਸੁਣੋ, ਗੱਲ ਡਿਬੇਟ ਦੇ ਵਿੱਚ ਨਹੀਂ ਬੋਲਣਾ ਤੁਹਾਡੇ 'ਚ। ਆਈ ਐਮ ਸੋਰੀ, ਮੈਂ ਵੈਸੇ ਗੱਲ ਕੀਤੀ ਕਿਸ ਚੀਜ਼ ਦੇ ਵਚਨ। ਹਾਂਜੀ ਸੰਧੂ ਸਾਹਿਬ ਕਰੋ। 4.5 ਸਾਲ 'ਚ ਮੰਨਿਆ ਸੀ ਕਿਤੇ ਕੰਮ ਨਹੀਂ ਕੰਪਲੀਟ ਹੋਇਆ, ਕਿ ਮੰਨਿਆ ਸੀ। ਹੁਣ ਤੁਹਾਨੂੰ 18 ਸੂਤਰੀ ਕਾਰਜਕ੍ਰਮ ਦਿੱਤਾ ਹੈ। ਪਹਿਲੀ ਮੀਟਿੰਗ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਜੀ ਅਸੀਂ ਪਾਣੀ ਦੇ ਬਿੱਲ ਸਾਰੇ ਪੁਰਾਣੇ ਮਾਫ ਕਰ ਦਾਂਗੇ। ਹੁਣ ਉਹਨਾਂ ਨੇ ਕਹਿ ਦਿੱਤਾ ਅਸੀਂ ਬੱਤੀ ਦੇ ਬਿੱਲ ਸਾਰੇ ਮਾਫ ਕਰ ਦਾਂਗੇ। ਮੈਂ ਤੁਹਾਨੂੰ ਕਈ ਵਾਰੀ ਕਹਿ ਦਿੱਤਾ 90 ਦਿਨ ਨੇ ਸਾਡੇ ਕੋਲ, ਜੇ 90 ਦਿਨ 'ਚ ਅਸੀਂ ਕੰਮ ਨਹੀਂ ਕਰਾਂਗੇ ਤੁਸੀਂ ਛੱਡੋ, ਅਸੀਂ ਤਾਂ ਸਰੇਆਮ ਕਹਿਣ ਦੇ ਲੋਕਾਂ ਨੂੰ ਸਾਨੂੰ ਵੋਟ ਨਾ ਪਾਇਓ ਜੇ 90 ਦਿਨਾਂ 'ਚ ਕੰਮ ਨਹੀਂ ਕਰਾਂਗੇ। ਜੇ ਅਸੀਂ 90 ਦਿਨਾਂ ਦੇ ਵਿੱਚ ਚੰਗਾ ਕੰਮ ਕਰਾਂਗੇ ਤੇ ਸਾਨੂੰ ਜੋਸ਼ੀ ਜੀ ਅਗਲੇ ਵੋਟ ਪਾਉਣਗੇ, ਜੇ ਅਸੀਂ ਨਹੀਂ ਕਰਾਂਗੇ ਤਾਂ ਅਸੀਂ ਉਹਨਾਂ ਦੀ ਕਚਹਿਰੀ 'ਚ ਉੱਤਰ ਨਹੀਂ ਸਕਦੇ। ਇਸ ਕਰਕੇ ਜਿਹੜਾ ਇਹ ਸੌਫਟ ਕਾਰਨਰ ਹੈ, ਠੀਕ ਹੈ, ਤੁਹਾਡਾ ਬੋਲਣਾ ਆਕਿਆ, ਕਿਉਂਕਿ ਤੁਹਾਡੇ ਕੋਲ ਬੀਜੇਪੀ ਦੇ ਕੋਲ ਕੋਈ ਵੀ ਲੀਡਰ ਨਹੀਂ ਰਹੇਗਾ ਜਿਹੜਾ ਪੰਜਾਬ ਨੂੰ ਲੀਡ ਕਰ ਸਕੇ। ਸਭ ਇੱਧਰੋਂ ਉੱਧਰ ਗੱਲਾਂ ਕਰਨ ਜੋਗੇ ਆ, ਠੀਕ ਹੈ, ਤੁਸੀਂ ਬੁਲਾਰੇ ਚੰਗੇ ਜੇ, ਪਰ ਲੀਡ ਕਰਨਾ ਇੱਕ ਵੱਖਰੀ ਗੱਲ ਹੁੰਦੀ ਹੈ। ਇਸ ਕਰਕੇ ਤੁਸੀਂ ਬੜਾ ਜ਼ੋਰ ਲਾਇਆ ਕੈਪਟਨ ਸਾਹਿਬ ਸੜਕ ਪਹੁੰਚਣ। ਅੱਜ ਕੈਪਟਨ ਸਾਹਿਬ ਨੇ ਕਲੀਅਰ ਬਿਆਨ ਦੇਤਾ ਵੀ ਅਸੀਂ ਕੋਈ ਨਹੀਂ ਕਰ ਸਕਦੇ, ਅਸੀਂ ਤੁਹਾਡੇ ਕੋਲ ਨਹੀਂ ਹੋਣਾ। ਤੇ ਤੁਸੀਂ ਹੁਣ ਬਗਲਾਂ ਝਾਕ ਰਹੇ ਜੀ ਵੀ ਅਸੀਂ ਬਿਆਨ ਦਿੰਦੇ ਬੈਠੇ, ਹੁਣ ਅਸੀਂ ਕੀ ਬਿਆਨ ਦਈਏ? ਹੁਣ ਇਹਨਾਂ ਨੂੰ ਸੌਫਟ ਕਹਿ ਚੁੱਕੇ ਆ, ਹੁਣ ਇਹਨਾਂ ਨੂੰ ਕਹੀਏ ਵੀ ਅਗਰੈਸਿਵ ਹੈ, ਇਹਨਾਂ ਨੇ ਗਲਤ ਕੀਤਾ ਅਗਲਾ ਮੂਵ, ਫਿਰ ਅਸੀਂ ਕੀ ਕਰਾਂਗੇ? ਸੋ ਸ਼ਬਦ ਧਿਆਨ ਸੇ ਬੋਲੀਏ, ਸ਼ਬਦ ਕੇ ਹੱਥ ਨਾ ਪਾਓ। ਇੱਕ ਸ਼ਬਦ ਔਸ਼ਧ ਕਰੇ, ਇੱਕ ਸ਼ਬਦ ਕਰੇ ਬਾਣ।
ਇਸ ਕਰਕੇ ਚੰਦਰਮੋਹਨ ਆਪਣਾ ਜੋਸ਼ੀ ਸਾਹਿਬ ਠੀਕ ਹੈ, ਤੁਸੀਂ ਬੁਲਾਰੇ ਜੇ, ਪਰ ਇਹ ਜਿਹੜੀਆਂ ਤੁਹਾਡੀਆਂ ਗੱਲਾਂ ਇਹ ਸਾਰੀਆਂ ਗਲਤ ਨੇ। ਮੈਂ ਹੁਣ ਇੱਕ ਮਿੰਟ ਦੇਵਮਾਨ ਜੀ ਕੋ ਆਉਣਾ। ਦੇਵਮਾਨ ਜੀ, ਤੁਸੀਂ ਕਿਹਾ ਵੀ ਕਾਂਗਰਸ ਦਾ ਪਤਨ ਹੋ ਗਿਆ। ਫॉर योर काइंड ਇਨਫੋਰਮੇਸ਼ਨ, ਕਿਸੇ ਪਾਰਟੀ ਦਾ ਕਦੀ ਪਤਨ ਨਹੀਂ। ਸਾਡੀ ਤਾਂ ਕਾਂਗਰਸ ਦੀ ਗੱਲ ਛੱਡ ਦਿਓ ਨਾ, ਸਾਡੀ ਕਾਂਗਰਸ ਤੇ ਇੰਡੀਆ ਦੇ ਵਿੱਚ ਸਭ ਤੋਂ ਪੁਰਾਣੀ ਪਾਰਟੀ ਆ। ਤੁਹਾਡੀ ਜੁਮਾ ਦੇ ਨਾਲ ਹੀ 6-7 ਸਾਲ ਪਾਰਟੀ ਤੋਂ ਹੋਏ ਆ। ਯਾਦ ਰੱਖਿਓ, ਇਹ ਸ਼ਬਦ ਨਾ ਵਰਤਿਓ। ਦਿੱਲੀ ਤੁਹਾਨੂੰ ਕਾਂਗਰਸ ਪਿਛਲੇ 7 ਸਾਲ ਤੋਂ ਮਾਨ ਸਾਹਿਬ ਥੋੜਾ ਟਾਈਮ ਆਊਗਾ, ਉਸ ਟਾਈਮ ਕਰ ਲਓ। ਮੈਨੂੰ ਥੋੜਾ ਟਾਈਮ ਆ ਰਿਹਾ, ਮਾਨ ਸਾਹਿਬ ਹੈ ਨਾ, ਪਲੀਜ਼ ਉਹਨਾਂ ਨੂੰ ਗੱਲ ਕਰ ਲੈਣ ਦਿਓ, ਤੁਹਾਡਾ ਟਾਈਮ ਆਏਗਾ ਤੁਸੀਂ। ਮਾਨ ਸਾਹਿਬ ਸੁਣਿਆ ਕਰੋ, ਸੁਣਦਾ ਮਾਦਾ ਰੱਖੋ। ਮੈਂ ਹਾਂਜੀ ਸੰਧੂ ਸਾਹਿਬ ਕਰੋ ਕੰਟੀਨਿਊ। ਪਤਨ ਕਿਸੇ ਪਾਰਟੀ ਦਾ ਕਦੀ ਨਹੀਂ। ਅਪ ਐਂਡ ਡਾਊਨਸ ਆਰ देयर। ਜ਼ਿੰਦਗੀ ਦੀ ਲਾਈਫ ਲਾਈਨ ਵੀ ਅਪ ਚੱਲਦੀ ਆ, ਫਿਰ ਥੱਲੇ ਕਦੀ ਚੱਲ ਜਾਂਦੀ, ਕਦੀ ਉੱਪਰ ਆ ਜਾਂਦੀ ਆ, ਪਰ ਲਾਈਫ ਕਦੀ ਖਤਮ ਨਹੀਂ ਹੁੰਦੀ। ਇਸੇ ਤਰ੍ਹਾਂ ਪਾਰਟੀ ਕਦੀ ਖਤਮ ਨਹੀਂ ਹੁੰਦੀ। ਮੈਂ ਕਾਂਗਰਸ ਦੀ ਗੱਲ ਨਹੀਂ ਕਰਦਾ, ਮੈਂ ਸਾਰੇ ਪਾਰਟੀ ਦੀ ਗੱਲ ਕਰਦਾ। ਪਾਰਟੀ ਕੋਈ ਮਾੜੀ ਨਹੀਂ ਹੁੰਦੀ, ਉਹਦੇ ਵਿੱਚ ਵਿਚਾਰਧਾਰਾ ਕੋਈ ਮਾੜੀ ਨਹੀਂ ਹੁੰਦੀ, ਬੰਦੇ ਜਦੋਂ ਗਲਤ ਆ ਜਾਂਦੇ ਉਹਦੇ ਪਾਰਟੀਆਂ ਮਾੜੀਆਂ ਹੋ ਜਾਂਦੀਆਂ। ਸੋ ਇਹ ਤੁਸੀਂ ਬਿਆਨ ਵੀ ਗਲਤ ਦੇ ਰਹੇ ਜੀ ਕਿ ਤੁਹਾਡਾ ਪਤਨ ਹੋ ਗਿਆ। ਸਾਡੀ ਸਭ ਤੋਂ ਪੁਰਾਣੀ ਪਾਰਟੀ ਹੈ। ਮੈਂ ਤੁਹਾਡੀ ਪਾਰਟੀ ਦਾ ਵੀ ਨਹੀਂ ਕਦੀ ਕਹੂੰਗਾ ਪਤਨ ਹੋ ਗਿਆ, ਇਹ ਗੱਲ ਕਹਿਣਾ। ਦੇਖਿਆ ਹੁਣ ਮੈਂ ਆਉਂਦਾ ਅਰਸ਼ਦੀਪ ਪਲੇਰ ਜੀ ਵੱਲ। ਦੇਖੋ ਇਹਨਾਂ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਆਖਿਆ ਕੁਰਸੀ ਦੀ ਲੜਾਈ ਹੈ, ਇਹੋ ਬਿਆਨ ਤੁਸੀਂ ਦਿੱਤਾ। ਫਿਰ ਇਹ ਤੁਸੀਂ ਆਖਿਆ ਵੀ ਤੁਸੀਂ ਹੁਣ ਬਿਜਲੀ 3 ਰੁਪਏ ਦਓਗੇ, ਘਰ ਘਰ ਨੌਕਰੀ ਦਓਗੇ, ਪਲੱਸ ਇੱਕ ਟੀਚਰਸ ਦੇ ਧਰਨੇ ਵਾਲੀ ਗੱਲ ਕੀਤੀ। ਮੈਂ ਵੀ ਦੇਖਿਆ। ਦੇਖੋ ਮੈਂ ਹੁਣ ਮੈਨੂੰ ਨਹੀਂ ਚੰਗਾ ਲੱਗਦਾ ਕਿਸੇ ਧੀ ਭੈਣ ਨੂੰ ਜਾਂ ਕਿਸੇ ਬੱਚੀ ਨੂੰ ਜਿਹੜੀ ਛੋਟਾ ਬੱਚਾ ਲੈ ਕੇ ਇਹਨੂੰ ਮਾਰੇ ਕੁੱਟੇ ਜਾਵੇ, ਪਰ ਨਹੀਂ, ਉੱਥੇ ਕੋ ਮਾਰੇ ਕੁੱਟੇ ਨਹੀਂ ਗਿਆ। ਧਾਰਾ 144 ਲੱਗੀ ਸੀ ਤੇ ਬੜੇ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਲੈ ਕੇ ਜਾ ਰਹੇ ਸੀ। ਦੇਖੋ ਤੁਹਾਡੀ ਗੱਲ ਕਰਨ ਤੇ ਮੇਰੀ ਗੱਲ ਕਰਨ ਚ ਕਲੀਅਰ ਸਾਹਿਬ ਫਰਕ ਆ। ਮੈਂ ਮਾਰਿਆ ਕੁੱਟਿਆ, ਕੌਣ ਕਿਸੇ ਨੂੰ ਮਾਰਦਾ? ਠੀਕ ਹੈ, ਕਿਤੇ ਅੱਤ ਹੋ ਜਾਏ ਤੇ ਫਿਰ ਉਹ ਗੱਲ ਹੁੰਦੀ ਹੈ। ਇੱਥੇ ਉਹ ਨਹੀਂ ਸੀ, ਸ਼ਾਂਤੀਪੂਰਨ ਪ੍ਰਦਰਸ਼ਨ ਚੱਲ ਰਿਹਾ ਸੀ। ਉਹਨਾਂ ਨੇ ਬੜੇ ਪਿਆਰ ਨਾਲ ਉਹਨਾਂ ਨੂੰ ਬੱਸਾਂ 'ਚ ਬਿਠਾ ਕੇ ਤੇ ਲੈ ਕੇ ਗਏ ਨੇ। ਉਹ ਧਰਨਾ ਪ੍ਰਦਰਸ਼ਨ ਹਰਿਆਣੇ ਵਾਲੇ ਕਰਦੇ ਹੋਣਗੇ, ਕੁੱਟਦੇ ਹੋਣਗੇ। ਸਾਡੇ ਪੰਜਾਬੀਆਂ 'ਚ ਇਹੋ ਜਿਹਾ ਕੁੱਟਣ ਵਾਲਾ ਕੰਮ ਕਿਤੇ ਨਹੀਂ ਹੈ। ਘਰ ਨੌਕਰੀ ਕਿਹਾ ਸੀ, 3 ਰੁਪਏ ਬਿਜਲੀ ਕਿਹਾ ਸੀ, ਪਹਿਲੀ ਪੀਸੀ ਦੇ ਵਿੱਚ ਹੀ ਉਹਨਾਂ ਨੇ ਪਾਣੀ ਤਾਂ ਮੈਂ ਦੱਸਤਾ ਮਾਫ ਕਰਤਾ, ਦੂਜੇ 'ਚ ਬੱਤੀ ਕਰਤੀ। ਸਾਡਾ ਇੰਟਰਨਲ ਥੋੜਾ ਮੈਟਰ ਸੋਲਵ ਹੁੰਦੇ ਵਿਦ ਇਨ 1 or 2 days। ਤੁਹਾਡੇ ਹਰ ਚੀਜ਼ ਦਾ ਜਵਾਬ ਮੈਂ ਵਚਨਬੱਧ ਦੇਣ ਵਾਸਤੇ, ਸਾਡੀ ਪੰਜਾਬ ਸਰਕਾਰ ਹੈ ਵਚਨ ਦੇਣ ਵਾਸਤੇ। ਮੈਂ ਹਰ ਡਿਬੇਟ 'ਚ ਕਿੰਨਾ ਪਾਰਟੀ ਤੋਂ ਉੱਠ ਕੇ ਕੰਮ ਕਰਾਂਗੇ, ਨਾ ਕਰਾਂਗੇ ਅਸੀਂ ਬਦਲੇ ਦੀ ਰਾਜਨੀਤੀ ਨਹੀਂ ਕਰਨੀ। ਅਸੀਂ ਮਿਆਰੀ ਰਾਜਨੀਤੀ ਕਰਨੀ ਆ, ਨਵੇਂ ਯੁੱਗ ਦੀ ਸ਼ੁਰੂਆਤ ਕਰਨੀ ਆ। ਨਵੇਂ ਬੰਦੇ ਆਉਣਗੇ, ਸਭ ਕੁਝ ਨਵਾਂ ਹੋਏਗਾ, ਇੱਕ ਨਵੇਂ ਪੰਜਾਬ ਦੀ ਸਿਰਜਣਾ ਕਰਾਂਗੇ। ਸਿਰਫ ਥੋੜਾ ਜਿਹਾ ਇੰਤਜ਼ਾਰ ਕਰੋ। ਹੋਪ ਫॉर द बेस्ट। ਥੈਂਕ ਯੂ। ਠੀਕ ਹੈ ਸੰਧੂ ਸਾਹਿਬ। ਹਾਂਜੀ ਕਲੀਅਰ ਸਾਹਿਬ। ਸੰਧੂ ਸਾਹਿਬ ਕਹਿ ਰਹੇ ਹਨ ਕਿ ਨਵੇਂ ਯੁੱਗ ਦੀ ਸ਼ੁਰੂਆਤ ਹੋਏਗੀ, ਨਵਾਂ ਪੰਜਾਬ। ਕਲੀਅਰ ਸਾਹਿਬ। ਨਹੀਂ, ਮੈਂ ਪਹਿਲਾਂ ਨਾ ਜੀ ਇੱਕ ਚੀਜ਼ ਦਾ ਜਵਾਬ ਤਾਂ ਵੈਸੇ ਅੱਜ ਟੌਪਿਕ ਨਹੀਂ ਸੀਗਾ, ਪਰ ਦੇਵਮਾਨ ਜੀ ਨੇ ਛੇੜ ਲਿਆ। ਦੇਵਮਾਨ ਜੀ ਨੇ ਹੁਣੀ ਕਿਹਾ ਕਿ ਅਕਾਲੀ ਦਲ ਨੇ ਬੇਅਦਬੀਆਂ ਕਰਾਈਆਂ। ਸੋ ਹੁਣ ਮੈਂ ਚੈਨਲ ਦੇ ਉੱਤੇ ਚੈਲੰਜ ਕਰਦਾ ਦੇਵਮਾਨ ਜੀ ਨੂੰ ਕਿ ਜੇ ਲੱਤਾਂ 'ਚ ਆਮ ਆਦਮੀ ਪਾਰਟੀ ਦੇ ਜਾਨ ਹੈ, ਜੇ ਕੋਈ ਸਬੂਤ ਹੈ ਤਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾ ਕੇ ਰੱਖੋ, ਨਹੀਂ ਗੱਲਾਂ ਨਾ ਮਾਰੋ। ਕਿਉਂਕਿ ਗੱਲਾਂ ਕੇਜਰੀਵਾਲ ਨੇ ਵੀ 2017 ਚ ਬਹੁਤ ਮਾਰੀਆਂ ਸੀ। ਮਾਫੀ ਮੰਗ ਕੇ ਸਭ ਤੋਂ ਪਹਿਲਾਂ ਪੰਜਾਬ ਤੋਂ ਭੱਜਿਆ ਸੀ, ਮਾਫੀ ਮੰਗ ਕੇ। पकड़े जाते हो, कहाँ जा रहे हैं, क्या काम है उनका, कौन उठा रहा है उनको, ये सारी बातें नेशनल सिक्योरिटी केस के साथ वन एट I will tell you later. I've already said so. Number one, I am not going to remain in the Congress. Number two, I am not joining the BJP. That is enough for me at the moment. क्या चीज मैं ऐसे सुनता नहीं कुछ। मैं ਤੁਹਾਨੂੰ ਪਹਿਲਾਂ ਵੀ ਕਿਹਾ ਹੈ, सिद्धू इज नॉट द राइट मैन फॉर पंजाब। एंड अगर वो लड़ेगा, जहाँ से भी लड़ेगा, मैं उसको नहीं जीतने दूँगा। आपने कहा कि आप जो है कांग्रेस से अलग हो जाएंगे, कब आप इस्तीफा जो है वो भेज रहे हैं सोनिया गांधी को? अब अप्रोप्रिएट टाइम पे बताऊंगा आपको। सर, आप कुछ कांग्रेस के एमएलए जो मंत्री आपके टच में हैं जो आपके साथ जाएंगे? क्या सर, कुछ कांग्रेस के एमएलए जो मंत्री आपके साथ में हैं जो आपके साथ जाएंगे? साथ ही फ्लोर क्या आप क्या समझते हैं कि मैं आपको बताऊंगा? ਇਹ ਤਾਂ ਹੁਣ ਸਪੀਕਰ ਨੇ ਦੇਖਣਾ ਹੈ ਕਿ ਅਗਰ ਇਹੋ ਜਿਹੇ ਹਾਲਾਤ ਕੋਈ ਬਣ ਜਾਣ
कि मेजॉरिटी कोई पार्टी खो बैठती है तो फिर स्पीकर फैसला करते हैं, नॉट माय जॉब, मेरा काम नहीं है कहना। कैप्टन साहब 2 अक्टूबर को क्या कोई आप बड़ा धमाका करने जा रहे हैं? मीडिया रिपोर्ट थी कि रीजनल एक बड़े लेवल पे आप कोई, अरे भाई मीडिया रिपोर्ट तो आज कह रही थी कि 12 बजे मैंने ज्वाइन करना है बीजेपी को। आप सुबह सारा भरा हुआ है क्या? दो तारीख को क्या? आई थिंक सो। देखिए बात सुनो, सिद्धू का काम है पार्टी चलाना, चरणजीत चन्नी का काम है गवर्नमेंट चलाना, और गवर्नमेंट चलाने को इंटरफेरेंस कभी नहीं होती। मैंने अपने टाइम में 2 बार गवर्नमेंट चलाई है, 3 बार मैं पीसीसी प्रेसिडेंट रहा हूँ। एक दूसरे से बात करते हैं, लेकिन फाइनल डिसीजन है चरणजीत चन्नी का, जो चीफ मिनिस्टर है, नॉट सिद्धू। डीजी और एजी को हटाना क्या आप मानते हैं कि जिस तरह से शर्तें रखी जा रही देखिए ये फैसले हैं चीफ मिनिस्टर के, मेरे नहीं। ਪਰ ਕੀ ਕੋਈ ਪ੍ਰਧਾਨ ਅਫਸਰ ਹਟਾਉਣ ਨੂੰ ਲੈ ਕੇ ਅਸਤੀਫਾ ਦਿੰਦਾ ਹੈ? ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਦੇ ਫੈਸਲੇ ਕਿ ਕਿਹਦਾ ਅਸਤੀਫਾ? ਅਫਸਰ ਹਟਾਉਣ ਨੂੰ ਲੈ ਕੇ ਇੱਕ ਪ੍ਰਧਾਨ ਅਸਤੀਫਾ ਦੇ ਦਿੰਦਾ ਹੈ, ਇਸ ਤਰ੍ਹਾਂ ਕੀ ਦੇਖਦੇ ਹੋ ਤੁਸੀਂ ਕਿ ਕੀ ਪ੍ਰਧਾਨ ਇਹ ਪ੍ਰਧਾਨ ਦਾ ਕੋਈ ਕੰਮ ਨਹੀਂ ਅਫਸਰ ਹਟਾਉਣਾ। ਅਫਸਰ ਨੂੰ ਲਗਾਉਂਦਾ ਹੈ ਚੀਫ ਮਿਨਿਸਟਰ, ਅਫਸਰ ਨੂੰ ਹਟਾਉਂਦਾ ਹੈ ਚੀਫ ਮਿਨਿਸਟਰ, ਅਫਸਰ ਨੂੰ ਬਦਲੀ ਕਰਦਾ ਚੀफ मिनिस्टर। व्हाट इज द पीसीसी? मेरे 9.5 साल की चीफ मिनिस्ट्री में कई प्रधान रहे हैं, हमारी एक दूसरे के साथ बातचीत होती थी, बट कभी ये जो हाल जो सिद्धू ने बनाया एक पहले कभी नहीं। कैप्टन साहब वन क्वेश्चन। ਇੰਡੀਆ ਨਿਊਜ਼। ਹਾਂਜੀ 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 ਹਾਂ, ਦੁਬਾਰਾ ਆ ਰਿਹਾ, ਇੱਕ ਵਾਰ। ਹਾਂਜੀ ਕਲੀਅਰ ਸਾਹਿਬ, ਵਿੱਚ ਕੈਪਟਨ ਸਾਹਿਬ ਦੀ ਪੀਸੀ ਆ ਗਈ ਉਹਨਾਂ ਦੀ, ਫਲੋਰ ਟੈਸਟ ਤੇ ਵੀ ਗੱਲਬਾਤ ਹੋਣੀ ਸ਼ੁਰੂ ਹੋ ਗਈ ਜੀ ਹੁਣ ਤਾਂ। ਸਿੱਧੂ ਸਾਹਿਬ ਤੇ ਫੇਰ ਅਟੈਕ ਕੀਤੇ ਉਹਨਾਂ ਨੇ, ਫਾਈਨਲ ਡਿਸੀਜਨ ਉਹਨਾਂ ਨੇ ਕਿਹਾ ਕਿ ਜੋ ਹੈ ਉਹ ਮੁੱਖ ਮੰਤਰੀ ਨੇ ਲੈਣਾ ਹੁੰਦਾ ਹੈ, ਚਾਹੇ ਉਹ ਆਫਿਸਰ ਲਾਣ ਦਾ ਹੋਵੇ ਜਾਂ ਕੁਝ ਹੋਰ ਹੋਵੇ। ਮਤਲਬ ਇੱਕ ਤਰੀਕੇ, ਔਰ ਜਿਹੜੀ ਇੰਪੋਰਟੈਂਟ ਚੀਜ਼ ਹੈ, ਕੈਪਟਨ ਸਾਹਿਬ ਦੇ ਨਾਲ ਐਮਪੀ ਵੀ ਖੜੇ ਦਿਖੇ, ਤੇ ਸੋ ਇਹ ਥੋੜਾ ਮਤਲਬ ਅਗਰ ਫਲੋਰ ਟੈਸਟ ਦੀ ਨੌਬਤ ਆ ਜਾਂਦੀ ਹੈ, ਕਿਉਂਕਿ ਉਹ ਸਾਫ਼ ਕਹਿ ਕੇ ਕਿ ਸਪੀਕਰ ਨੇ ਦੇਖਣਾ ਕਿ ਅਗਰ ਕੋਈ, ਉਹਨਾਂ ਨੇ ਸਿੱਧਾ ਹਿੰਟ ਕੀਤਾ ਕਿ ਅੱਗੇ ਆਉਣ ਵਾਲੇ ਟਾਈਮ 'ਚ ਸੌਖਾ ਨਹੀਂ ਹੈਗਾ। ਕਲੀਅਰ ਸਾਹਿਬ? ਨਹੀਂ ਦੇਖੋ, ਤੁਸੀਂ ਬੜਾ ਸਪਸ਼ਟ ਇੱਕ ਚੀਜ਼ ਹੈਗੀ ਹੈ ਜੀ ਕਿ ਜਿਹੜੀ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਉਹ ਬਹੁਤ ਵੀਕ ਹੋ ਚੁੱਕੀ ਹੈ, ਤੇ ਜਿਹਾ ਜਿਹਾ ਡਿਸੀਜਨ, ਜਿਹਾ ਜਿਹਾ ਐਕਸਪੈਰੀਮੈਂਟ ਉਹਨਾਂ ਨੇ ਇਹ ਸੋਚਿਆ ਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਦਾਂਗੇ ਤਾਂ ਸਾਰੀ ਐਂਟੀ ਇਨਕੰਬੈਂਸੀ, 4.5 ਸਾਲ ਦੀ ਨਾਨ ਪਰਫਾਰਮੈਂਸ ਫੇਲਿਅਰ, ਸਾਰਾ ਕੁਝ ਕੈਪਟਨ ਦੇ ਗਲੇ ਪੈ ਜਾਊਗਾ ਤੇ ਅਸੀਂ ਸਮੂਥ ਨਿਕਲ ਜਾਾਂਗੇ। ਪਰ ਉਹ ਇਹ ਦੇਖਣਾ ਭੁੱਲ ਗਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਉਹਨਾਂ ਨੇ ਸਰਕਾਰ ਚਲਾਈ ਸੀਗੀ, ਸੋ ਨੈਚੁਰਲੀ ਤੌਰ ਤੇ ਲੋਕ ਜੁੜੇ ਹੋਏ ਸੀ। ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਆਪਣੀਆਂ ਲੱਤਾਂ ਦੇ ਉਭਾਰ ਨਾ ਚੱਲਦੇ ਹੋਏ ਇਹਨੇ ਪੰਜਾਬ ਦੇ ਵਿੱਚ ਆਪ ਹੀ ਡਿੱਗ ਜਾਣਾ, ਕਿਉਂਕਿ ਐਮਐਲਏ ਹਲੇ ਵੀ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਹੈਗੇ ਨੇ, ਇਹਨਾਂ ਦੇ ਹੈਗੇ ਨੇ। ਸੋ ਗੱਲ ਕੀ ਹੈ ਕਿ ਲੋਕ ਮੁੱਦਿਆਂ ਦੀ ਗੱਲ ਵਿੱਚ ਹੀ ਰਹਿ ਗਈ, ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹ ਵਿੱਚ ਹੀ ਰਹਿ ਗਏ। ਕਾਂਗਰਸ ਨੇ ਆਪਸੀ ਲੜਾਈ ਦੇ ਵਿੱਚ ਪੰਜਾਬ ਨੂੰ ਡਿਵੈਲਪਮੈਂਟ ਦੇ ਤੌਰ ਤੇ ਵੀ, ਇਕਨੋਮਿਕਲੀ ਵੀ, ਦੋਨੋਂ ਪੱਖਾਂ ਦੇ ਨਾਲ ਬਰਬਾਦ ਕਰਤਾ। ਔਰ ਅੱਜ ਪੰਜਾਬ ਦਾ ਉਹ ਹਾਲ ਹੈ ਕਿ ਪੰਜਾਬ ਦਾ ਕੋਈ ਵਾਲੀ ਵਾਰਿਸ ਨਹੀਂ। ਜਿਵੇਂ ਕਪਿਲ ਸਿੱਬਲ ਨੇ ਕਿਹਾ, ਜਿਵੇਂ ਨਟਵਰ ਸਿੰਘ ਨੇ ਕਿਹਾ, ਜੋ ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਵਰਗੇ ਲੀਡਰ ਕਹਿ ਰਹੇ ਨੇ ਕਿ ਪੰਜਾਬ ਨੂੰ ਕਾਂਗਰਸ ਨੇ, ਸੋਨੀਆ ਗਾਂਧੀ ਨੇ, ਰਾਹੁਲ ਗਾਂਧੀ ਨੇ, ਪ੍ਰਿਯੰਕਾ ਗਾਂਧੀ ਨੇ ਲਵਾਰਿਸ ਕਰਕੇ ਸਿੱਟਤਾ ਹੈ। ਔਰ ਪੰਜਾਬ ਇੱਕ ਬਾਰਡਰ ਸਟੇਟ ਹੈ ਜਿੱਥੇ ਪਹਿਲਾਂ ਹੀ ਪਾਕਿਸਤਾਨ ਦੇ ਨਾਲ ਜਿਹੜਾ ਬਾਰਡਰ ਸਾਡਾ ਲੱਗਦਾ ਹੈ। ਸੋ ਇਹੀ ਜੀ ਸਟੇਟ ਦੇ ਵਿੱਚ ਅਗਰ ਅਸਥਿਰਤਾ ਪੈਦਾ ਹੋ ਗਈ ਸਰਕਾਰ ਦੀ ਫੇਲਿਅਰ ਕਰਕੇ, ਤਾਂ ਇਹਦੀ ਜ਼ਿੰਮੇਵਾਰ ਗਾਂਧੀ ਪਰਿਵਾਰ ਹੈ ਤੇ ਕਾਂਗਰਸ ਹੈ। ਸੰਧੂ ਸਾਹਿਬ, ਮੈਂ ਆਨਾ ਤੁਹਾਡੇ ਕੋਲ ਸਾਰੀਆਂ ਗੱਲਾਂ ਦੇ ਜਵਾਬ ਤੁਹਾਡੇ ਤੋਂ ਇਕੱਠੇ ਹੀ ਲੈ ਲੂੰਗਾ। ਜੋਸ਼ੀ ਸਾਹਿਬ, ਤੁਹਾਡਾ ਕਮੈਂਟ, ਜੋ ਹੁਣੇ ਡਿਵੈਲਪਮੈਂਟ ਆ, ਇੱਕ ਨਵੀਂ ਡਿਵੈਲਪਮੈਂਟ ਆ ਗਈ ਕੈਪਟਨ ਸਾਹਿਬ। ਦੇਖੋ ਗੱਲ ਇਹ ਹੈਗੀ ਹੈ ਕਿ ਨਵੀਂ ਡਿਵੈਲਪਮੈਂਟ ਦੇ ਨਾਲ ਪਹਿਲਾਂ ਮੈਂ ਮਾੜੀ ਚੀਨੀ ਸੰਧੂ ਸਾਹਿਬ ਦੀ ਗੱਲ ਦਾ ਜਵਾਬ ਤਾਂ ਦੇਣਾ, ਮੇਰੇ ਵੱਡੇ ਵੀਰ ਨੇ। ਦੇਖੋ ਅਸੀਂ ਬੜੀ ਸੋਹਣੀ ਚਰਚਾ ਕਰਦੇ ਪਏ ਆ। ਸੰਧੂ ਸਾਹਿਬ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਨਾ ਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਕੋਲ ਲੀਡਰ ਕੋਈ ਨਹੀਂ ਹੈਗਾ, ਇਦਾਂ ਦੀ ਗੱਲ ਨਹੀਂ ਹੁੰਦੀ। ਜੇ ਤੁਸੀਂ ਇੰਨੀ ਗੱਲ ਕਹਿੰਦੇ ਹੋ ਨਾ ਕਿ ਪਾਰਟੀਆਂ ਕਦੀ ਖਤਮ ਨਹੀਂ ਹੁੰਦੀਆਂ,
ਲੀਡਰ ਵੀ ਨਹੀਂ ਮੁੱਕਦੇ ਹੁੰਦੇ। ਦੂਜੀ ਗੱਲ, ਹਾਂ ਕਾਂਗਰਸ ਨੇ ਇੱਕ ਬੜੀ ਸੋਹਣੀ ਗੱਲ ਕੰਮ ਕੀਤਾ ਵਾ, ਤੁਹਾਡੇ ਸਤਿਕਾਰਯੋਗ ਅਲਕਾ ਲਾਂਬਾ ਜੀ ਨੇ ਕਿੱਡਾ ਸੋਹਣਾ ਬਿਆਨ ਦਿੱਤਾ ਵੀ ਸਿੱਧੂ ਸਾਹਿਬ ਨੂੰ ਹੁਣ ਰਿਜ਼ਾਈਨ ਦੇ ਦੇਣਾ ਚਾਹੀਦਾ ਵਾ, ਉਹਨਾਂ ਦਾ ਰਾਜਨੀਤਿਕ ਕਰੀਅਰ ਖਤਮ ਹੋ ਗਿਆ, ਉਹ ਜਾ ਕੇ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਬੈਠੇ ਜਾ ਕੇ। ਦੂਸਰੀ ਗੱਲ, ਜੋ ਕੱਲ ਮਹਾਤਮਾ ਗਾਂਧੀ ਦੀ ਕੋਟੇਸ਼ਨ ਸੁਣਾ ਕੇ ਕਪਿਲ ਸਿੱਬਲ ਜੀ ਨੇ ਕਾਂਗਰਸ ਦੇ ਵਿੱਚ ਚੱਲ ਰਹੇ ਸਿਸਟਮ ਦਾ ਉਹਨਾਂ ਨੇ ਵਿਆਖਿਆਨ ਕੀਤਾ ਵਾ, ਇੱਕ ਪ੍ਰਸ਼ਨ ਚਿੰਨ੍ਹ ਬਹਿ ਕੇ ਪਾਰਟੀ ਨਾਲ ਵਿਚਾਰ ਕਰਿਓ। ਤੀਸਰੀ ਗੱਲ ਵਿਚ ਇਜ਼ ਵੈਰੀ ਇੰਪੋਰਟੈਂਟ, ਜਿਹੜੀ ਕਿ ਕੈਪਟਨ ਸਾਹਿਬ ਦੀ ਗੱਲ ਕਰਦੇ ਪਏ ਨੇ, ਕੈਪਟਨ ਸਾਹਿਬ ਅਜੇ ਵੀ ਪਾਰਟੀ ਦੇ ਵਿੱਚ ਨੇ ਤੇ ਨਾਲ ਕਹਿੰਦੇ ਪਏ ਨੇ ਕਿ ਉਹ ਸਿੱਧੂ ਨੂੰ ਕਿਤੋਂ ਵੀ ਜਿੱਤਣ ਨਹੀਂ ਦੇਣਗੇ। ਉਹ ਇੱਕ ਕਨਫਿਊਜ਼ਨ ਦੂਰ ਕਰੋ, ਤੁਸੀਂ ਪਹਿਲਾਂ ਇਹ ਦੱਸੋ ਕਿ ਕਾਂਗਰਸ ਪਾਰਟੀ ਬੇਸਿਕਲੀ ਹੈ ਕੀ ਆ, ਚੱਲਦਾ ਕੀ ਪਿਆ ਕਾਂਗਰਸ ਪਾਰਟੀ ਦੇ ਵਿੱਚੋਂ। ਔਰ ਦੂਜੀ ਗੱਲ, ਕੈਪਟਨ ਸਾਹਿਬ ਨੇ ਵੀ ਹੁਣੇ ਗੱਲ ਕਹੀ ਜਿਹੜੀ ਮੈਂ ਥੋੜੀ ਦੇਰ ਪਹਿਲਾਂ ਕਹਿ ਕੇ ਹਟਿਆ ਵਾਂ, ਇਹ ਜਿਹੜੇ ਆਫੀਸਰਸ ਨੇ ਇਹ ਤੁਹਾਡੀਆਂ ਕਾਂਗਰਸ ਦੀਆਂ ਟਿਕਟਾਂ ਲੈ ਕੇ ਨਹੀਂ ਬਣੇ, UPSC ਦੇ ਥਰੂ ਬਣੇ ਨੇ। ਕਿਸੇ ਵੀ ਪ੍ਰਧਾਨ ਦਾ ਕੰਮ ਇਹ ਨਹੀਂ ਹੁੰਦਾ ਕਿ ਉਹਨੂੰ ਅਫਸਰ ਹੋ ਸਕਦਾ ਇੰਟਰਨਲ ਤੌਰ ਤੇ ਚੁੱਪ ਚਪੀਤੇ ਉਹ ਸੁਜੈਸ਼ਨ ਦੇ ਸਕਦੇ ਨੇ, ਤੁਸੀਂ ਤੇ ਮਜ਼ਾਕ ਬਣਾ ਕੇ ਰੱਖਤਾ। ਬਾਕੀ ਰਹੀ ਗੱਲ ਸਾਡੇ ਪ੍ਰਧਾਨ ਮੰਤਰੀ ਜੀ ਦੀ ਗੱਲ, ਦੇਖੋ ਪ੍ਰਧਾਨ ਮੰਤਰੀ ਜੀ ਵੱਲੋਂ ਤੁਸੀਂ ਜੋ ਮਰਜ਼ੀ ਕਹੀ ਜਾਓ, ਅਸੀਂ ਉਸ ਚੀਜ਼ ਨੂੰ ਤਾਂ ਨਹੀਂ ਐਕਸੈਪਟ ਕਰਦੇ। ਸਾਡੇ ਜਿਹੜੇ ਮੈਨੀਫੈਸਟੋ ਸੀਗੇ, ਅਸੀਂ ਜੋ ਮੈਨੀਫੈਸਟੋ ਦੇ ਵਿੱਚ ਕਿਹਾ 370 ਤੋੜਨ ਵਾਸਤੇ ਕਿਹਾ, ਤੋੜੀ ਕਰਕੇ ਵਿਖਾਇਆ। ਪ੍ਰਭੂ ਸ਼੍ਰੀ ਰਾਮ ਦਾ ਮੰਦਿਰ ਬਣਾਉਣਾ ਸੀਗਾ, ਬਣਾ ਕੇ ਦੱਸਿਆ। ਉਸ ਤੋਂ ਇਲਾਵਾ ਜਿਹੜੀਆਂ ਨਵੀਆਂ ਸਕੀਮਾਂ ਆਈਆਂ, ਠੀਕ ਹੈ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਤੇ ਇੱਥੇ ਮੈਂ ਇਸ ਸਤਿਕਾਰਯੋਗ ਚੈਨਲ ਦੇ ਥਰੂ ਬੜੇ ਫਖਰ ਨਾਲ ਇੰਨੀ ਗੱਲ ਕਹਿਣਾ ਵਾ ਕਿ ਬਹੁਤ ਜਲਦੀ ਸਤਿਕਾਰਯੋਗ ਰੱਬ ਰੂਪ ਸਾਡੇ ਕਿਸਾਨ ਨੇ ਜਿਹੜੇ, ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾ ਕੇ ਉਹਨਾਂ ਨੂੰ ਸੈਟੀਸਫਾਈ ਕਰਕੇ ਅਮੈਂਡਮੈਂਟਸ ਕਰਕੇ ਜੈ ਜੈਕਾਰ ਕਰਾ ਕੇ ਪੰਜਾਬ ਦੀ ਸਰਜ਼ਮੀਨ ਤੇ ਲੈ ਕੇ ਆਵਾਂਗੇ। ਬਾਕੀ ਰਹੀ ਗੱਲ, ਮੇਰੇ ਸਤਿਕਾਰਯੋਗ ਮੇਰੇ ਬੜੇ ਪਰਮ ਮਿੱਤਰ ਨੇ ਜਿਹੜੇ ਮਾਨ ਸਾਹਿਬ ਨੇ, ਬੜੀਆਂ ਸਾਡੀਆਂ ਬੈਠਕਾਂ ਹੁੰਦੀਆਂ ਰਹੀਆਂ ਇੱਕ ਦੂਜੇ ਦੇ ਨਾਲ, ਮੈਂ ਸਤਿਕਾਰ ਕਰਦਾ ਇਹਨਾਂ ਦੀ ਡੈਡੀਕੇਸ਼ਨ ਦੇਖ ਕੇ। ਉਸ ਲੀਡਰ ਵੱਲੋਂ ਇਹਨਾਂ ਦੀ ਡੈਡੀਕੇਸ਼ਨ ਆ, ਉਸ ਲੀਡਰ ਦੇ ਪ੍ਰਤੀ ਬੜੇ ਸਮਰਪਿਤ ਨੇ ਜਿਹਨੂੰ ਖੁਦ ਨਹੀਂ ਪਤਾ ਉਹ ਬਿਆਨ ਕੀ ਦਿੰਦਾ ਤੇ ਕਰਦਾ ਕੀ। ਜਨਾਬ ਸ਼੍ਰੀ ਕੇਜਰੀਵਾਲ ਜੀ ਸਾਡੇ ਵੀ ਮਿੱਤਰ ਨੇ ਕਿਸੇ ਟਾਈਮ, ਮੈਨੂੰ ਇਹ ਦੱਸੋ, ਤੁਸੀਂ ਕਹਿੰਦੇ ਵੀ ਪੰਜਾਬ ਦੇ ਕੋਲ ਲੀਡਰਸ਼ਿਪ ਨਹੀਂ ਹੈਗੀ, 20 ਬੰਦਿਆਂ ਦਾ ਮੈਂਡੇਟ ਲੈ ਕੇ ਤੁਸੀਂ ਆਏ ਸੀ ਲੀਡਰ ਆਫ ਆਪੋਜੀਸ਼ਨ ਚ। ਔਰ ਇੱਥੇ ਇੱਕ ਗੱਲ ਬੜੇ ਧਿਆਨ ਦੇਣ ਵਾਲੀ ਆ ਕਿ ਲੀਡਰ ਆਫ ਆਪੋਜੀਸ਼ਨ ਵੀ ਓਨਾ ਹੀ ਜ਼ਿੰਮੇਵਾਰ ਹੁੰਦਾ ਵਾ ਕਿਸੇ ਸਟੇਟ ਦੀ ਮਾੜੀ ਹਾਲਤ ਦਾ ਜਿੰਨੀ ਕਿ ਰੂਲਿੰਗ ਪਾਰਟੀ ਹੁੰਦੀ, ਕਿਉਂਕਿ ਲੀਡਰ ਆਫ ਆਪੋਜੀਸ਼ਨ ਨੇ ਉਹਨਾਂ ਦੀ ਹਾਂ ਮਿਲਾਣੀ ਕਿ ਉਹਨਾਂ ਨੂੰ ਕ੍ਰਿਟਿਸਾਈਜ਼ ਕਰਨਾ ਜਾਂ ਉਹਨਾਂ ਦੱਸਣਾ ਤੁਸੀਂ ਕਿੱਥੇ ਸਹੀ ਕਿੱਥੇ ਗਲਤ। 20 ਸੀਗੇ ਤੁਹਾਡੇ MLA, ਉਹਨਾਂ ਵਿੱਚੋਂ 6 ਚਲ ਗਏ। ਪਹਿਲੀ ਗੱਲ, ਤੁਹਾਡੇ ਕੋਲ ਲੀਡਰ ਆਫ ਆਪੋਜੀਸ਼ਨ ਹੀ ਹਰ ਸਾਲ ਇਦਾਂ ਬਦਲਦਾ ਰਿਹਾ। ਪਹਿਲੀ ਕਿਸ਼ਤ ਫੂਲਕਾ ਜੀ, ਦੂਸਰੀ ਕਿਸ਼ਤ ਜਨਾਬ ਖਹਿਰਾ ਸਾਹਿਬ ਜੀ, ਤੀਸਰੀ ਕਿਸ਼ਤ ਜਨਾਬ ਚੀਮਾ ਜੀ। ਹੁਣ ਤੁਹਾਡੇ ਜਿਹੜੇ ਤੁਸੀਂ ਕਹਿ ਰਹੇ ਜੇ ਮੇਰੇ ਵੱਡੇ ਵੀਰ ਭਗਵੰਤ ਮਾਨ ਜੀ ਜਿਹੜੇ ਕਹਿ ਰਹੇ ਕਿ CM ਡਿਕਲੇਅਰ ਕਰੋ, ਏਦਾਂ ਨਹੀਂ ਕਹੀਦਾ ਹੁੰਦਾ ਕਿਸੇ ਨੂੰ, ਕਿਸੇ ਦੀ ਲੀਡਰਸ਼ਿਪ ਨਹੀਂ ਖਤਮ ਹੁੰਦੀ। ਪਾਰਟੀਆਂ ਦੇ ਵਿੱਚ ਲਏ ਗਏ ਜਿਹੜੇ ਗਲਤ ਫੈਸਲੇ ਹੁੰਦੇ ਨੇ ਉਹਦੇ ਨਾਲ ਪਾਰਟੀ ਚੋਂ ਬੰਦੇ ਟੁੱਟ ਕੇ ਦੂਜੇ ਬੰਦੇ ਚਲ ਜਾਂਦੇ ਆ। ਜੇ ਤੁਸੀਂ ਸਾਡੇ ਪਾਰਟੀ ਦੇ ਕਿਸੇ ਬੰਦੇ ਵੱਲੋਂ, ਸਾਨੂੰ ਕੋਈ ਫਰਕ ਨਹੀਂ ਪਿਆ, ਤੁਹਾਨੂੰ ਇੱਕ ਲੀਡਰ ਜਾਂ 2 ਲੀਡਰ ਜਾਂਦੇ ਨਜ਼ਰ ਆਏ ਹੋਣਗੇ, ਲੇਕਿਨ ਜਿਹੜੀ ਜੁਆਇਨਿੰਗ ਹੋ ਰਹੀ ਆ, ਸ਼ਮੂਲੀਅਤ ਹੋ ਰਹੀ ਆ, ਉਹਦੀ ਵੀ ਗੱਲ ਜ਼ਰੂਰ ਕਰਨੀ ਚਾਹੀਦੀ ਆ। ਜੋਸ਼ੀ ਸਾਹਿਬ ਆ ਗਈ ਗੱਲ ਤੁਹਾਡੀ, ਆ ਗਈ ਦੁਬਾਰਾ ਆਣਾ ਮੈਂ ਤੁਹਾਡੇ ਕੋਲ। ਮਾਨ ਸਾਹਿਬ ਹੁਣ ਤੁਸੀਂ ਗੱਲ ਕਰ ਲਓ ਜੀ, ਜੋ ਵੀ ਡਿਵੈਲਪਮੈਂਟ ਚੱਲ ਰਹੀ ਆ ਉੱਤੇ ਤੇ ਜੋ ਤੁਸੀਂ ਪਹਿਲਾਂ ਗੱਲ ਕਰਨਾ ਚਾਹੁੰਦੇ ਸੀ। ਮਾਨ ਸਾਹਿਬ ਬਿਲਕੁਲ ਜੀ, ਇੱਥੇ ਕਾਂਗਰਸੀ ਅਕਾਲੀ BJP ਬੜੀਆਂ ਐ ਸਲਾਹਾਂ ਦੇ ਰਿਹਾ ਜੀ ਜਿਵੇਂ ਪਤਾ ਨਹੀਂ ਦੁੱਧ ਉੱਤੇ ਹੋਣ। ਜਿੰਨਾ ਇਸ ਵਕਤ ਦੇਸ਼ ਦਾ ਮਾੜਾ ਹਾਲ ਮੋਦੀ ਨੇ ਕੀਤਾ ਹੈ ਜੀ, ਕਰਜ਼ਾ, ਡਿਜੀਟਲ ਇੰਡੀਆ 15 ਲੱਖ ਰੁਪਏ ਅਕਾਊਂਟ ਚ ਆ ਜਾਊਗਾ, ਔਰ ਡੀਜ਼ਲ ਪੈਟਰੋਲ ਦੇ ਰੇਟ, ਇੰਨੀ ਮਹਿੰਗਾਈ, ਗੈਸ ਸਿਲੰਡਰ ਇੰਨਾ ਮਹਿੰਗਾ ਕੀਤਾ, ਇਹ ਸਾਰਾ ਮੋਦੀ ਜੀ ਦਾ ਦੇਣ ਹੈ ਜੀ। ਔਰ ਪੰਜਾਬ ਦੇ ਵਿੱਚ ਕਾਂਗਰਸ, ਅਕਾਲੀ ਤੇ BJP ਇਹ ਤਿੰਨੇ ਇੱਕੋ ਥਾਲੀ ਦੇ ਚੱਟੇ ਵੱਟੇ ਨੇ ਜੀ, ਇਹਨਾਂ 'ਚ ਕੋਈ ਫਰਕ ਨਹੀਂ। ਆਪਸ 'ਚ ਇਹਨਾਂ ਦੇ ਕਾਰੋਬਾਰ ਸਾਂਝੇ ਨੇ, ਆਪਸ ਦੇ ਵਿੱਚ ਰਿਸ਼ਤੇਦਾਰੀਆਂ ਨੇ, ਆਪਸ ਦੇ ਵਿੱਚ ਇਹਨਾਂ ਨੇ ਪੰਜਾਬ ਨੂੰ ਨਾ ਇੱਕ ਆਪਣੀ ਪ੍ਰਾਈਵੇਟ ਪ੍ਰਾਪਰਟੀ ਬਣਾਇਆ ਹੋਇਆ। ਔਰ ਪੰਜਾਬ ਦੇ ਉੱਪਰ ਰਾਜ ਕਰਕੇ ਇਹਨਾਂ ਨੇ ਆਪਣੀਆਂ ਸੰਤਾਂ, ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਕਿੰਨੀ ਵੱਡੀ ਸਲਤਨਤ ਖੜੀ ਕਰ ਲਈ, ਸੁਖ ਵਿਲਾਸ ਵਰਗੇ ਹੋਟਲ, ਕਿੰਨੀ ਟਰਾਂਸਪੋਰਟ ਖੜੀ ਕਰ ਲਈ, ਕਿੱਡਾ ਸਿਸਟਮ ਬਣਾ ਲਿਆ। BJP ਦੇ ਜਿਹਨੇ ਲੀਡਰ ਨੇ ਜੀ, BJP ਦੇ ਲੀਡਰਾਂ ਨੇ ਕਿੰਨੀ ਪ੍ਰਾਪਰਟੀ ਬਣਾ ਲਈ ਹੈ। ਔਰ ਕਾਂਗਰਸ ਦੇ ਲੀਡਰਾਂ ਨੇ ਆ ਸਾਧੂ ਧਰਮਸੋਤ ਵਰਗਿਆਂ ਨੇ 64 ਕਰੋੜ ਰੁਪਇਆ ਖਾ ਕੇ ਗਰੀਬ ਬੱਚਿਆਂ ਦਾ ਉਹਨਾਂ ਨੂੰ ਮਾਨ ਸਾਹਿਬ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ। ਸਰ ਇਹਨਾਂ ਨੂੰ ਮੌਕਾ ਮਿਲਿਆ ਕੰਮ ਕਰਨ ਦਾ, ਔਰ ਇਹਨਾਂ ਨੇ ਲੋਕਾਂ ਦੀ ਭਾਵਨਾ ਦਾ ਖਿਲਵਾੜ ਕੀਤਾ, ਲੋਕਾਂ ਨੂੰ ਠੱਗਿਆ ਇਹਨਾਂ ਨੇ। ਇਸ ਕਰਕੇ ਇਹ ਕਾਂਗਰਸ, ਅਕਾਲੀ, BJP ਗੱਲ ਕਰਨ ਦੇ ਹੱਕਦਾਰ ਨਹੀਂ। ਜੇ ਮਾਨ ਜੀ ਮੈਂ ਨਾ ਇੰਟਰਪਟ ਤੁਹਾਨੂੰ ਇਸ ਕਰਕੇ ਕਰ ਰਿਹਾ ਸੀ, ਜਦੋਂ ਆਪਾਂ ਇੰਡੀਵਿਜੂਅਲੀ ਕੋਈ ਇਲਜ਼ਾਮ ਲਾਉਂਦੇ ਆ ਨਾ, ਕਿਉਂਕਿ
ਉਹ ਗੱਲ ਠੀਕ ਹੀ ਲੱਗਦੀ। ਠੀਕ ਹੈ, ਤੁਸੀਂ ਜਨਰਲ ਗੱਲ ਕਰ ਰਹੇ ਹੋ, ਠੀਕ ਹੈ। ਇੰਡੀਵਿਜੂਅਲ ਕਿਉਂਕਿ ਉਹਨਾਂ ਵੱਲੋਂ ਵੀ ਜਿਨ੍ਹਾਂ ਤੇ ਮਤਲਬ ਗੱਲ ਕਰ ਰਹੇ ਹੋ ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਉਹਦਾ ਸਪਸ਼ਟੀਕਰਨ ਆ ਗਿਆ ਹੁੰਦਾ ਉਹ ਚੀਜ਼ਾਂ ਦਾ। ਠੀਕ ਹੈ, ਆਪਾਂ ਉਸ ਚੀਜ਼ 'ਚ ਨਾ ਪਿਆ ਕਰੀਏ। ਹਾਂਜੀ ਸੰਧੂ ਸਾਹਿਬ, ਗੱਲਾਂ ਕਈ ਹੋ ਗਈਆਂ ਜੀ। ਦੇਖੋ ਆਪਾਂ ਨਾ ਹੁਣ ਕਿਉਂਕਿ ਇੱਕ ਨਵੀਂ ਗੱਲ ਆ ਗਈ ਆ ਆਪਣੇ ਡਿਬੇਟ ਚੱਲਦੇ ਚੱਲਦੇ ਕੈਪਟਨ ਸਾਹਿਬ ਦੇ ਵਿੱਚ ਹੀ ਜਿਹੜੀ ਪ੍ਰੈਸ ਕਾਨਫਰੰਸ ਆ ਗਈ ਉਹਦੇ 'ਚ ਇੱਕ ਬੜਾ ਟੈਕਨੀਕਲ ਜਿਹਾ ਪੁਆਇੰਟ ਹੈ ਜੀ। ਉਹ ਗੱਲ ਆ ਗਈ ਫਲੋਰ ਟੈਸਟ ਦੀ। ਹਾਲਾਂਕਿ ਮੀਡੀਆ ਵੱਲੋਂ ਸਵਾਲ ਚੁੱਕਿਆ ਗਿਆ ਤੇ ਉਸ ਤੋਂ ਬਾਅਦ ਕੈਪਟਨ ਸਾਹਿਬ ਨੇ ਉਹਦਾ ਜਵਾਬ ਦਿੰਦੇ ਹੋਏ ਉਹ ਗੱਲ ਕੀਤੀ ਹੈ ਫਲੋਰ ਟੈਸਟ। ਆਪਾਂ ਫਲੋਰ ਟੈਸਟ ਦਾ ਨਾ ਇਸ ਟਾਈਮ ਜੋ ਸਮੀਕਰਨ ਹੈਗੇ ਉੱਥੇ ਦੇ ਉਹ ਜਰਾ ਦੇਖੀਏ। ਕਾਂਗਰਸ ਦੇ 80 MLA, ਆਮ ਆਦਮੀ ਪਾਰਟੀ ਦੇ 19, ਸ਼੍ਰੋਮਣੀ ਅਕਾਲੀ ਦਲ ਦੇ 14, ਬੀਜੇਪੀ 2 ਤੇ LIP 2। 80 ਕਾਂਗਰਸ ਕੋਲ ਹੈ ਜੀ ਤੇ 37 ਓਪੋਜੀਸ਼ਨ ਕੋਲ ਹੈ। ਜੋ ਕੈਪਟਨ ਸਾਹਿਬ ਗੱਲ ਕਰਕੇ ਗਏ ਹੈ, ਹਿੰਟ ਦੇ ਕੇ ਗਏ ਹੈ, ਸਰਕਾਰ ਬਚਾਉਣ ਵਾਸਤੇ 59 ਸੀਟਾਂ ਚਾਹੀਦੀਆਂ ਹੁੰਦੀਆਂ ਤੇ ਉਹ ਜਿਹੜਾ ਹੈ ਨਾ ਇੱਕ। ਔਰ ਦੂਜੀ ਗੱਲ, ਕੈਪਟਨ ਸਾਹਿਬ ਹਲੇ ਛੱਡ ਨਹੀਂ ਰਹੇ। ਉਹਨਾਂ ਨੇ ਇੱਕ ਪਾਰਟੀ ਛੱਡੀ, ਉਹਨੇ ਕਿਹਾ ਮੈਂ ਛੱਡੂਗਾ। ਪਹਿਲਾਂ ਉਹ ਕੈਬਨਿਟ ਦਾ ਵੇਟ ਕਰ ਰਹੇ ਸੀ, ਫਿਰ ਉਹ ਹੁਣ ਜਿਹੜਾ ਹੈ ਕਿ ਅਸੈਂਬਲੀ ਸੈਸ਼ਨ ਆਵੇ, ਮੇ ਵੀ ਉਸ ਪਾਸੇ ਨੂੰ ਜਿਹੜੀ ਗੱਲਬਾਤ ਆ ਉਹ ਤੁਰਨੀ ਹੋਵੇ। ਕਿਉਂਕਿ ਅਗਰ ਬੰਦਾ ਛੱਡਦਾ ਪਾਰਟੀ ਤਾਂ ਫਿਰ ਉਹ ਜਿਹੜੀ MLA-ਸ਼ਿਪ ਜਾ ਸਕਦੀ ਹੈ। ਅਗਰ ਉਹਨੂੰ ਕੱਢਿਆ ਜਾਂਦਾ ਜਾਂ ਉਹ ਵਿੱਚ ਰਹਿੰਦਾ, ਵਿੱਚ ਬੈਠ ਕੇ ਜੋ ਕੁਝ ਵੀ ਕਰ ਸਕਦਾ। ਸੰਧੂ ਸਾਹਿਬ, ਇਹ ਵੀ ਤੇ ਬਾਕੀ ਜਿਹੜੀ ਗੱਲਾਂ ਚੱਲ ਰਹੀਆਂ, ਆਪਣੇ ਕੋਲ ਸਮਾਂ ਸਿਰਫ ਆਪਣੇ ਕੋਲ 3 ਮਿੰਟ ਰਹਿ ਗਏ। ਤੁਸੀਂ ਛੇਤੀ ਜਿਹੜੀ ਆ ਗੱਲ ਵਾਈਂਡ ਅਪ ਕਰੋ। ਮੈਂ 1.5 ਮਿੰਟ 'ਚ ਮੁਕਾ ਦਿੰਦੀ ਹਾਂ ਜੀ ਜੀ। ਹਾਂਜੀ, ਇਹਨਾਂ ਜਿਹੜੀਆਂ ਚੰਦਰ ਮੋਹਨ ਜੀ, ਚੇਤਨ ਮੋਹਨ ਜੋਸ਼ੀ ਸਾਹਿਬ ਨੇ, ਚਲੋ ਆਪਾਂ ਜੋਸ਼ੀ ਸਾਹਿਬ ਨੇ, ਕਲੇਰ ਸਾਹਿਬ ਨੇ ਕਹੀਆਂ, ਜਾਂ ਚਲੋ ਦੇਵ ਮਾਜੀ ਦੀ ਗੱਲ ਹੀ ਛੱਡੀ ਹੈ ਨਾ। ਜਿਹੜੇ ਇਹਨਾਂ ਨੇ ਗੱਲ ਕਹੀ ਨਾ, ਇਹਨਾਂ ਦਾ ਮੈਂ ਥੋੜਾ 2 ਮਿੰਟ 'ਚ ਜਵਾਬ ਦੇਵਾਂਗਾ। ਮੈਂ ਪਹਿਲਾਂ ਠੀਕ ਹੈ, ਜਿਹੜੀ ਵਧੀਆ ਗੱਲ ਜਿਹੜੀ ਤੁਹਾਡਾ ਟੈਕਨੀਕਲ ਪੁਆਇੰਟ ਹੈ ਉਹ ਤੇ ਗੱਲ ਕਹੀਏ। ਤੁਸੀਂ ਕਿਹਾ ਵੀ 80 ਸੀਟਾਂ ਨੇ ਸਾਡੇ ਕੋਲ ਤੇ 19 ਉਹਨਾਂ ਕੋਲ, 14 ਉਹਨਾਂ ਕੋਲ, 2 ਉਹਨਾਂ ਕੋਲ। ਫਲੋਰ ਟੈਸਟ ਦੀ ਵੀ ਗੱਲ ਮੈਂ ਵੀ ਬਿਲਕੁਲ ਸੁਣੀ। ਟੈਕਨੀਕਲ ਪੁਆਇੰਟ ਹੋਈ ਸੀ ਵੀ ਫਲੋਰ ਟੈਸਟ ਦੀ ਉਹਨਾਂ ਨੇ ਗੱਲ ਕਹੀ। ਦੇਖੋ ਹੁਣੇ ਡਿਬੇਟ ਦੇ ਵਿੱਚ ਆਪਣੀ ਇਹ ਗੱਲ ਹੋਈ ਆ ਫਲੋਰ ਟੈਸਟ ਦੀ। ਤੇ ਦੇਖੋ ਜਦੋਂ ਕੋਈ ਪ੍ਰੋਬਲਮ ਪੈਂਦੀ ਹੈ ਤੇ ਉਹਦਾ ਰਾਹ ਸੋਲੂਸ਼ਨ ਪਹਿਲੋਂ ਨਿਕਲ ਮੰਨਦੇ ਇਸ ਗੱਲ ਨੂੰ। ਜਦੋਂ ਕੋਈ ਨਾ ਕੋਈ ਪ੍ਰੋਬਲਮ ਪੈਂਦੀ ਹੈ ਨਾ ਤੇ ਕਹਿੰਦੇ ਤੁਮੀ ਨੇ ਦਰਦ ਦਿਆ ਹੈ ਤੁਮੀ ਦਵਾ ਦੇਣਾ। ਇੱਥੋਂ ਹੀ ਦਵਾ ਨਿਕਲਣੀ ਹੈ। ਤੁਸੀਂ ਵੇਖ ਲਿਓ, ਚਾਹੇ ਫਲੋਰ ਟੈਸਟ ਵੀ ਹੋ ਜਾਏ। ਚਲੋ ਮੈਂ ਕਹਿੰਦਾ ਜਾਓ, ਤੁਸੀਂ ਕਹਿੰਦੇ ਫਲੋਰ ਟੈਸਟ ਵੀ ਹੋ ਜਾਣੇ, ਚੰਗੀ ਗੱਲ ਆ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ। ਜਿਹੜੇ ਰੋਜ਼ ਦਾ ਰੇਟ ਇੱਕ ਦਿਨ ਮੁੱਕ ਤੇ ਜਾਊਗਾ ਨਾ, ਇਮਾਨਦਾਰ ਬੰਦੇ ਰਹਿ ਜਾਣਗੇ, ਜਿਹਨੇ ਜਾਣਾ ਜਾਵੇ। ਦੇਖੋ ਇਹ ਕਾਂਗਰਸ ਦਾ ਥੜਾ, ਇੱਕ ਗਿਆ ਦੂਜਾ ਖੜਾ, ਕੋਈ ਟੈਨਸ਼ਨ ਨਹੀਂ ਗੀ। ਪਾਰਟੀਆਂ ਕਦੀ ਜਿਹੜਾ ਇਹਨਾਂ ਨੇ ਕਿਹਾ ਪਾਰਟੀਆਂ ਨਹੀਂ ਡਿਸਟਰੋਏ ਹੁੰਦੀਆਂ, ਬੰਦੇ ਨੂੰ ਭੁਲੇਖਾ ਹੁੰਦਾ ਵੀ ਮੇਰੇ ਕਰਕੇ ਪਾਰਟੀ ਚੱਲ ਰਹੀ ਹੈ। ਜਿਹੜੀ ਪਾਰਟੀ ਉਹ ਸੰਗਠਨ ਚੱਲ ਰਿਹਾ ਹੁੰਦਾ। ਠੀਕ ਆ, ਅਪ ਐਂਡ ਡਾਊਨ ਹੁੰਦੇ ਆ। ਫਲੋਰ ਟੈਸਟ ਮੈਨੂੰ ਲੱਗਦਾ ਨਹੀਂ ਹੋਊਗਾ, ਤੇ ਜੇ ਹੋਊਗਾ ਤੇ ਉਹਦੇ ਵਿੱਚ ਕਾਂਗਰਸ ਬੜੇ ਵਧੀਆ ਤਰੀਕੇ ਨਾਲ ਜਿੱਤ ਕੇ ਤੇ ਅੱਗੇ ਆਊਗੀ। ਜੋਸ਼ੀ ਸਾਹਿਬ ਤੁਸੀਂ ਨਹੀਂ, ਸੌਰੀ, ਮਾਨ ਜੀ ਨੇ ਮੇਰੇ ਖਿਆਲ ਗੱਲ ਕੀਤੀ ਆ ਵੀ ਮੈਨੀਫੈਸਟੋ ਦੀ ਗੱਲ, ਕਿ ਤੁਸੀਂ ਕੀਤੀ ਆ ਮੋਹਨ ਜੋਸ਼ੀ ਸਾਹਿਬ? ਮੈਂ ਭੁੱਲ ਗਿਆ, ਸੌਰੀ। ਮੈਨੀਫੈਸਟੋ ਦੀ ਤੇ ਮੈਨੀਫੈਸਟੋ ਦੀ ਮੇਰੀ ਗੱਲ ਸੁਣੋ ਨਾ। ਤੁਸੀਂ ਮੈਨੀਫੈਸਟੋ ਨਹੀਂ, ਤੁਹਾਨੂੰ ਜਿਹੜੀ ਮੇਰੀ ਗੱਲ ਸੁਣੋ, ਇਦਾਂ ਤੇ ਫਿਰ ਮੈਂ ਸ਼ੁਰੂ ਹੋ ਜਾਊਂਗਾ ਇੱਥੋਂ। ਇਦਾਂ ਫਿਰ ਮੈਂ ਵੀ ਗੱਲ ਦੇਖੋ। ਤੁਸੀਂ ਗੱਲ ਕਰੋ, ਨਾ ਤੁਸੀਂ ਗੱਲ ਕਰੋ। ਤੁਸੀਂ ਜਿੰਨਾ ਸਮਾਂ ਮੰਗਿਆ ਉਸ ਮੁਤਾਬਕ ਗੱਲ ਕਰੋ। ਫਿਰ ਤਾਂ ਸਾਡੀ ਵਾਰੀ ਵੀ ਨਹੀਂ ਆਉਣੀ ਕਲੈਰੀਫਿਕੇਸ਼ਨ ਦੇਣ ਦੀ। ਚਲੋ ਦੇਖੋ, ਮੈਂ ਸਾਰੀਆਂ ਗੱਲਾਂ ਛੱਡ ਦਿੰਦਾ। ਮੈਨੀਫੈਸਟੋ 'ਚ ਇਹ ਤੇ ਕਿਤੇ ਨਹੀਂ ਸੀ ਨਾ ਲਿਖਿਆ ਵੀ ਪੈਟਰੋਲ 104 ਰੁਪਏ ਹੋ ਜਾਊਗਾ, ਖਾਣ ਵਾਲਾ ਤੇਲ 220 ਰੁਪਏ ਜਾਊਗਾ, ਸਿਲੰਡਰ 1000 ਰੁਪਏ ਹੋ ਜਾਊਗਾ। ਇਹ ਕਿਤੇ ਲਿਖਿਆ ਸੀ? ਦੇਖੋ ਆਮ ਜ਼ਰੂਰਤ ਦੀ ਚੀਜ਼ਾਂ ਨੇ। ਮੈਂ ਘਟੀਆ ਬਹਿਸ ਨਹੀਂ ਪੈਣਾ ਚਾਹੁੰਦਾ, ਮੈਂ ਸਿੰਪਲ ਕਰਨਾ ਜਿਹਦੇ ਨਾਲ ਪੰਜਾਬ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਲੋਕਾਂ ਦਾ ਜੀਵਨ ਜਾਪਨ ਹੁੰਦਾ, ਖਾਣ ਵਾਲੀ ਚੀਜ਼। ਸਰਕਾਰ ਸੰਧੂ ਸਾਹਿਬ ਇੰਟਰਪਟ ਕਰਨਾ ਪੈ ਰਿਹਾ ਮੈਨੂੰ। ਸੰਧੂ ਸਾਹਿਬ ਆਪਣੇ ਕੋਲ ਟਾਈਮ ਨਹੀਂ, 10 ਸੈਕਿੰਡ ਦੇ ਵਿੱਚ ਮੈਂ ਬਾਕੀਆਂ ਤੋਂ ਮਾਫੀ ਚਾਹੂੰਗਾ ਕਿਉਂਕਿ 10 ਸੈਕਿੰਡ ਰਹਿ ਗਏ ਡਿਬੇਟ ਵਿੱਚ ਰਹਿ ਜਾਣੀ ਹੈ। ਸੰਧੂ ਸਾਹਿਬ ਸਭ ਕੁਝ ਠੀਕ ਠਾਕ ਹੋ ਜਾਏਗਾ ਜੀ? ਹੋਪ ਫॉर द बेस्ट, ਬਿਲਕੁਲ ਠੀਕ ਹੋ ਜਾਏ। ਸਮਾਂ ਯਾਤਰੀ ਦੇ ਰਿਹਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।